ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਸਤਿਗੁਰੂ ਜੀ ਨੇ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਜੋ ਇਤਿਹਾਸ ਦੀ ਕਥਾ ਦਾ ਸਮਾਂ ਹੈ। ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤ੍ਰੇਹਣ ਬੰਸ ਉਹਨਾਂ ਦੁਆਰਾ ਰਚਿਤ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਜਿਸ ਦੀ ਲੜੀਵਾਰ ਕਥਾ ਜੋ ਚੱਲ ਰਹੀ ਹੈ। ਮਾਈ ਭਾਈ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਲੜੀ ਤਹਿਤ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਜੀ ਦਾ ਜੀਵਨ ਪ੍ਰਸੰਗ ਜੋ ਲੜੀ ਤਹਿਤ ਕੱਲ ਆਪਾਂ ਇੱਥੇ ਤੱਕ ਪ੍ਰਸੰਗ ਸਰਵਣ ਕੀਤਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਸਾਰੀ ਬਾਣੀ ਇਕੱਤਰ ਕਰਕੇ ਇੱਕ ਗ੍ਰੰਥ ਰੂਪ ਵਿੱਚ ਭਾਈ ਗੁਰਦਾਸ ਜੀ ਤੋਂ ਲਿਖਵਾ ਰਹੇ ਹਨ। ਔਰ ਜਿੱਥੇ ਭਾਈ ਸੱਤੇ ਤੇ ਬਲਵੰਡ ਤੇ ਬਖਸ਼ਿਸ਼ ਕੀਤੀ, ਭਾਈ ਲੱਦੇ ਪਰਉਪਕਾਰੀ ਉਸ ਦੀ ਸਿਫਾਰਿਸ਼ ਦੁਆਰਾ ਇਹਨਾਂ ਨੂੰ ਬਖਸ਼ਿਆ ਤੇ ਸਤਿਗੁਰੂ ਨੇ ਫਿਰ ਭਾਈ ਸੱਤੇ ਔਰ ਬਲਵੰਡ ਦੁਆਰਾ ਉਚਾਰਨ ਕੀਤੀ ਹੋਈ ਵਾਰ ਨੂੰ ਗੁਰਬਾਣੀ ਵਿੱਚ ਦਰਜ ਕੀਤਾ। ਜਦੋਂ ਭਾਈ ਲੱਦਾ ਜੀ ਲਾਹੌਰ ਪਹੁੰਚੇ ਹਨ ਤਾਂ ਇੱਥੇ ਇੱਕ ਕਾਨਾ ਨਾਮ ਦਾ ਜੋ ਆਪਣੇ ਆਪ ਨੂੰ ਭਗਤ ਕਹਾਉਂਦਾ ਸੀ, ਇਹਦੀ ਕਾਫੀ ਲੋਕ ਮੰਨਤਾ ਕਰਦੇ ਸਨ ਤੇ ਇਸ ਨੂੰ ਪਤਾ ਲੱਗਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਇੱਕ ਗ੍ਰੰਥ ਤਿਆਰ ਕਰ ਰਹੇ ਨੇ ਜਿਨ੍ਹਾਂ ਵਿੱਚ ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਨਾਲ ਆਦ ਪਹਿਲਾਂ ਹੋਏ ਭਗਤਾਂ ਦੀ ਬਾਣੀ ਵੀ ਦਰਜ ਕੀਤੀ ਹੈ। ਤਾਂ ਇਸ ਨੇ ਕੁਝ ਆਪਣੇ ਨੇੜ ਦੇ ਜਿਨ੍ਹਾਂ ਦੇ ਵਿੱਚ ਇੱਕ
ਛੱਜੂ ਨਾਮ ਦਾ ਭਗਤ ਹੈ, ਇੱਕ ਪੀਲੂ ਨਾਮ ਦਾ ਭਗਤ ਹੈ, ਇੱਕ ਸ਼ਾਹ ਹੁਸੈਨ ਹੈ। ਇਹਨਾਂ ਨੂੰ ਕੋਲ ਸੱਦਿਆ, ਸਲਾਹ ਮਸ਼ਵਰਾ ਕੀਤਾ, ਆਪਾਂ ਵੀ ਚੱਲੀਏ, ਆਪ ਦੀ ਬਾਣੀ ਆਪਾਂ ਵੀ ਦਰਜ ਕਰਵਾਈਏ, ਤਾਂ ਕਿ ਜਦੋਂ ਵੀ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਬਾਣੀ ਪੜ੍ਹਨਗੇ ਆਪਣਾ ਵੀ ਜਸ ਹੋਊਗਾ। ਇਸ ਕਰਕੇ ਜੇ ਆਪਾਂ ਬਾਣੀ ਨਾ ਲਿਖਵਾ ਸਕੇ ਉਲਟਾ ਨਿੰਦਾ ਹੋਊ। ਕਾਹਦੇ ਭਗਤੋਂ 15 ਭਗਤਾਂ ਦੀ ਬਾਣੀ ਤੇ ਗੁਰੂ ਮਹਾਰਾਜ ਨੇ ਦਰਜ ਕਰਤੀ, ਤੁਹਾਡੀ ਕਿਉਂ ਨਹੀਂ ਕੀਤੀ ਜੇ ਤੁਸੀਂ ਭਗਤ ਹੋ? ਇਉਂ ਲੋਕ ਵੀ ਆਪਣੇ ਤੇ ਨਿੰਦਾ ਕਰਨਗੇ, ਉਂਗਲਾਂ ਚੁੱਕਣਗੇ। ਇਕੱਠੇ ਹੋ ਕੇ ਚਾਰੇ ਜਾਣੇ ਗੁਰੂ ਮਹਾਰਾਜ ਜੀ ਦੇ ਕੋਲ ਪਹੁੰਚੇ, ਸ੍ਰੀ ਅੰਮ੍ਰਿਤਸਰ ਸਾਹਿਬ। ਕਹਿਣ ਲੱਗੇ ਸਾਡੀ ਵੀ ਬਾਣੀ ਮਹਾਰਾਜ ਦਰਜ ਕਰੋ, ਜਿਹੜੇ ਪਹਿਲਾਂ ਭਗਤ ਹੋਏ ਉਹਨਾਂ ਦੀ ਬਾਣੀ ਦਰਜ ਕਰਤੀ, ਅਸੀਂ ਮੌਜੂਦਾ ਭਗਤ ਹਾਂ। ਮਹਾਰਾਜ ਕਹਿਣ ਲੱਗੇ ਵੀ ਗੁਰੂ ਦੇ ਮਤ ਦੇ ਮੁਤਾਬਕ, ਆਸ਼ੇ ਮੁਤਾਬਕ ਜੋ ਬਾਣੀ ਹੋਵੇਗੀ ਉਹ ਲਿਖ ਦਿੱਤੀ ਜਾਵੇਗੀ। ਤੂੰ ਦੱਸ ਭਾਈ। ਕਾਨੇ ਭਗਤ ਨੂੰ ਕਹਿੰਦੇ ਵੀ ਕਾਨਾ ਤੂੰ ਸੁਣਾ ਕੀ ਹੈ? ਤਾਂ ਉਹਨੇ ਵਿਦਾਂਤ ਪੜਿਆ ਹੋਇਆ, ਸੁਣੀਆਂ ਸੁਣਾਈ ਗੱਲ ਦੇ ਮੁਤਾਬਕ ਅਹੰ ਬ੍ਰਹਮਾਸਮੀ ਕਹਿਤਾ, ਮੈਂ ਹੂੰ ਬ੍ਰਹਮ ਸਰਵ ਕਾ ਕਰਤਾ, ਸਕਲ ਜਗਤ ਮੇਰੇ ਤੇ ਜਾਨ, ਸਕਲ ਅਰਾਧ ਹੈ ਮੇਰੇ ਤਾਈ, ਅਬ ਮੈਂ ਹੋਇਓ ਕਾਨਾਨ। ਇਹ ਹੁਣ ਇੱਥੇ ਸੰਤ ਨੈਣ ਪ੍ਰੇਮ ਸਿੰਘ ਜੀ ਨੇ ਉਹਨਾਂ ਦੇ ਕਹੇ ਨੂੰ ਅਰਥ ਭਾਵ ਵਿੱਚ ਲਿਆ ਹੈ। ਭਾਈ ਸੰਤੋਖ ਸਿੰਘ ਜੀ ਨੇ ਉਹ ਬਿਨ ਸਾਰੇ ਦਿੱਤੇ ਨੇ, ਜਿਹੜੇ ਇਹਨਾਂ ਨੇ ਆਪਣੇ ਵੱਲੋਂ ਤੁਕਬੰਦੀ ਕਰਕੇ ਸੁਣਾਈ। ਤਾਂ ਮਹਾਰਾਜ ਨੇ ਇਸ ਨੂੰ ਵੀ ਮਨਾ ਕਰਤਾ ਵੀ ਇਹ ਕਾਨਾ ਭਗਤ, ਤੇਰੀ ਇਹ ਬਾਣੀ ਅਗਰ ਕੋਈ ਪੜ੍ਹੇਗਾ ਨਾ ਤਾਂ ਉਹਦੇ ਅੰਦਰ ਹਉਮੈ ਭਾਵ ਪੈਦਾ ਹੋਵੇਗਾ, ਤੇ ਉਹ ਫਿਰ ਇਸ ਤਰ੍ਹਾਂ ਜਿਹੜਾ ਵੀ ਕੋਈ ਜਗਿਆਸੂ ਪੜੂ ਉਹ ਤਾਂ ਉਦੋਂ ਹੀ ਕਹਿਣ ਲੱਗ ਜੂ ਮੈਂ ਹੀ ਬ੍ਰਹਮ ਹਾਂ। ਇਹਦੇ ਤੇ ਫਿਰ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ ਕਿ ਜਿਵੇਂ ਗਿਆਨ ਹੈ, ਇਹ ਕੱਲਾ ਗਿਆਨ ਘਿਓ ਵਾਂਗ ਹੈ, ਜਿਹੜਾ ਕਿ ਬਾਤ ਪਿੱਤ ਕਫ ਵਾਲਾ ਕੋਈ ਵੀ ਵਰਤੂ ਉਹਦਾ ਰੋਗ ਵਧਾਵੇਗਾ। ਇਸੇ ਤਰ੍ਹਾਂ ਜਿਹੜਾ ਗਿਆਨ ਹੈ ਨਾ, ਜੇ ਭਗਤੀ ਹੈ ਨਹੀਂ, ਬੰਦਗੀ ਹੈ ਨਹੀਂ, ਮਹਾਰਾਜ ਕਹਿੰਦੇ ਇਹ ਗੱਲ ਦਾ ਗਿਆਨ ਹੀ ਕੱਲਾ ਹੈ, ਤਾਂ ਫਿਰ ਹੰਕਾਰ ਰੂਪੀ ਰੋਗ ਵੱਧ ਜਾਂਦੇ ਹੈ ਤੇ ਉਹ ਫਿਰ ਮਾੜੇ ਕਰਮ ਕਰੂ, ਕੁਕਰਮੀ ਬਣ ਸਕਦਾ ਹੈ। ਇਸ ਤਰ੍ਹਾਂ ਕੱਲੇ ਗਿਆਨ ਨਾਲ ਮੁਕਤੀ ਨਹੀਂ ਮਿਲਦੀ, ਨਰਕਾਂ ਨੂੰ ਜਾਊ। ਗੁਰਮਤ ਦੇ ਵਿੱਚ ਭਗਤੀ ਨੂੰ ਮੁੱਖ ਸਥਾਨ ਦਿੱਤਾ ਹੈ ਤੇ ਇਹਦੇ ਵਿੱਚ ਵਰਤਦਿਆਂ ਵਿਰਾਗ ਨੂੰ ਅੰਤਰੀਵ ਭਾਵ ਲਿਆ ਕਰਕੇ ਭਗਤੀ ਕਰਨੀ ਬ੍ਰਹਮ ਦੀ, ਤਾਂ ਫਿਰ ਜਾਣੋ ਕਿ ਜਿਹੜਾ ਹੈ ਭਗਤੀ ਦੇ ਨਾਲ ਵਿਰਾਗ ਸਹਿਤ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤੂੰ ਆਪਦੀ ਬਾਣੀ ਭਾਈ ਕਿਤੇ ਹੋਰ ਲਿਖਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ ਹੋ ਸਕਦੀ। ਤੇ ਫਿਰ ਪੀਲੋ ਭਗਤ ਸੀ, ਪੀਲੂ ਕਹਿਣ ਗਏ ਮੇਰੇ ਤਾਂ ਕਰੋ ਨੇ ਇਸ ਤਰ੍ਹਾਂ ਕਹਿ ਵੀ ਜਿਹੜਾ ਇੱਥੇ ਰਹਿਣਾ ਕੋਈ ਫਾਇਦਾ ਨਹੀਂ, ਜੰਮਣ ਸਾਰ ਹੀ ਮਰ ਜਾਣਾ ਚਾਹੀਦਾ ਹੈ, ਉਹੀ ਚੰਗਾ ਹੈ। ਇਦੋਂ ਤਾਂ ਨਹੀਂ ਤਾਂ ਇੱਥੇ ਤਾਂ ਮਾਇਆ ਹੀ ਜਿਹੜੀ ਹੈ ਉਹ ਲਪਾਏਮਾਨ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਇਹ ਵੀ ਭਾਈ ਗੁਰਮਤ ਨਹੀਂ ਹੈ। ਹੁਣ ਜੇ ਜਨਮ ਸਾਰ ਮਰ ਜੇ ਦੱਸੋ ਉਹਨੂੰ ਕਿਹਾ ਕਾਹਦੀ ਸਿੱਧੀ ਪ੍ਰਾਪਤ ਹੋਈ? ਬਾਕੀ ਜੰਮਣ ਮਰਨਾ ਪਰਮੇਸ਼ਰ ਦੇ ਹੱਥ ਹੈ, ਇਹ ਤਾਂ ਵਾਹਿਗੁਰੂ ਦੇ ਹੱਥ ਵਿੱਚ ਹੈ। ਤੂੰ ਭਾਣੇ ਤੋਂ ਬਾਹਰ ਜਾ ਕੇ ਗੱਲ ਕੀਤੀ ਹੈ। ਗੁਰਬਾਣੀ ਤਾਂ ਭਾਣੇ ਵਿੱਚ ਰਹਿਣਾ ਸਿਖਾਉਂਦੀ ਹੈ। ਛੱਜੂ ਭਗਤ ਨੇ ਫਿਰ ਆਪਦੇ ਵੱਲੋਂ ਕਿਹਾ, ਉਹ ਕਹਿਣ ਲੱਗਿਆ ਵੀ ਜਿੱਥੇ ਵੀ ਇਸਤਰੀ ਦੀ ਕਹੇ ਕਾਗਜ਼ਾਂ ਦੀ ਹੋਈ ਮੂਰਤੀ ਕਿਉਂ ਨਾ ਹੋਵੇ, ਉਹਨੂੰ ਵੀ ਜਿਹੜਾ ਬੁੱਧੀਮਾਨ ਬੰਦਾ ਹੈ ਉਹ ਕਹਿੰਦਾ ਦੇਖਣਾ ਨਹੀਂ ਚਾਹੀਦਾ, ਇਹੀ ਧਰਮ ਦਾ ਤੱਤ ਸਾਰ ਹੈ। ਮਹਾਰਾਜ ਕਹਿਣ ਲੱਗੇ ਵੀ ਇਹ ਵੀ ਗੁਰੂ ਨਾਨਕ ਦੇ ਘਰ ਵਿੱਚ ਬਾਤ ਪ੍ਰਵਾਨ ਨਹੀਂ, ਕਿਉਂਕਿ ਇੱਥੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ ਧਰਮ ਗ੍ਰਸਤੀ ਮਾਰਗ ਹੈ। ਇਹਦੇ ਵਿੱਚ ਪ੍ਰਮੁੱਖ ਜੀ ਦੇ ਆਸਰੇ ਸਾਰੇ 6 ਭੇਖ, ਗ੍ਰਸਤੀ ਦੇ ਹੀ ਆਸਰੇ ਸਾਰੇ ਪਲਦੇ ਹੈ। ਇਸ ਕਰਕੇ ਇਹ ਵੀ ਦਰਜ ਨਹੀਂ ਹੋ ਸਕਦੀ। ਸ਼ਾਹ ਹੁਸੈਨ ਨੇ ਆਪਣੀ ਗੱਲ ਕਹਿਤੀ, ਉਹ ਕਹਿੰਦਾ ਚੁੱਪ ਹੀ ਰਹਿਣਾ ਚਾਹੀਦਾ, ਮੂੰਹ ਨਹੀਂ ਬਣ ਜੇ ਬੋਲਣ, ਕੋਈ ਵੀ ਇਹਦੇ ਵਿੱਚ ਭਲੀ ਗੱਲ ਨਹੀਂ ਹੈ। ਜਿੰਨਾ ਚੁੱਪ ਰਹੇ ਉਨਾ ਹੀ ਚੰਗਾ, ਮੌਨੀ ਹੋ ਕੇ ਰਹੇ, ਬੋਲਣ ਚ ਕੁਛ ਵੀ ਚੰਗਾ ਨਹੀਂ।
ਅੰਦਰ ਬਾਹਰ ਉਹੀ ਇੱਕ ਹੀ ਹੈ। ਗੁਰੂ ਮਹਾਰਾਜ ਕਹਿਣ ਲੱਗੇ ਵੀ ਸ਼ਾਹ ਹੁਸੈਨ ਗੁਰੂ ਨਾਨਕ ਦੇਵ ਜੀ ਦਾ ਮਤ ਚੁੱਪ ਕਰਨ ਦਾ ਵੀ ਨਹੀਂ ਹੈ, ਮੌਨੀ ਹੋਣ ਦਾ ਵੀ ਨਹੀਂ। ਇੱਥੇ ਤਾਂ ਆਪ ਵੀ ਜਪਣਾ ਹੈ ਤੇ ਹੋਰਾਂ ਨੂੰ ਵੀ ਜਪਾਉਣਾ ਹੈ। ਇਸ ਕਰਕੇ ਗੁਰਮਤ ਦੇ ਵਿੱਚ ਚੁੱਪ ਰਹਿਣਾ, ਮੌਨ ਰਹਿਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ। ਇਹ ਤੁਹਾਡੀ ਬਾਣੀ ਕਿਸੇ ਦੀ ਵੀ ਦਰਜ ਨਹੀਂ ਹੋ ਸਕਦੀ। ਫਿਰ ਜਿਹੜਾ ਕਾਨ੍ਹਾ ਭਗਤ ਲੈ ਕੇ ਆਇਆ ਸੀ ਇਹਨਾਂ ਨੂੰ, ਉਹਨੇ ਹਦਕ ਸਮਝੀ। ਮੈਂ ਤਾਂ ਨਾਲ 3 ਜਾਣੇ ਲਿਆਇਆ ਸੀ ਤੇ ਆਪਦੇ ਆਪ ਨੂੰ ਇਹ ਵੱਡਾ ਸਾਰਿਆਂ ਵਿੱਚ ਭਗਤ ਕਹਾਉਂਦਾ ਸੀ। ਮਹਾਰਾਜ ਨੂੰ ਇਹੋ ਜਿਹੀਆਂ ਧਮਕੀਆਂ ਵੀ ਦਿੰਦਾ ਗਿਆ, ਮੈਂ ਤੁਹਾਨੂੰ ਦੇਖੂੰਗਾ। ਬਾਕੀ ਸੰਸਾਰੀ ਅਹੁਦੇ ਦੇ ਵਿੱਚ ਵੀ ਮਾਣ ਸੀ ਇਹਨੂੰ ਕਿ ਮੇਰੀ ਰਿਸ਼ਤੇਦਾਰੀ ਹੈ ਚੰਦੂ ਨਾਲ। ਪਰ ਇਹ ਫਿਰ ਜਾਂਦਾ ਜਾਂਦਾ ਹੀ ਕੋਈ ਇਹੋ ਜਿਹੀ ਖੇਡ ਵਾਪਰੀ। ਕੱਲ ਆਪਾਂ ਗੱਲ ਕੀਤੀ ਸੀ, ਇਹਦੀ ਮੌਤ ਹੋ ਗਈ। ਤੋ ਇਸ ਤਰ੍ਹਾਂ ਆਸ ਸੁਨ ਭਏ ਸਭੈ ਨਿਰ ਉੱਤਰ, ਪੁਨ ਕਛ ਨਹਿ ਭਾਖਿਓ ਤੈਨ ਉੱਤਰ। ਕਿਤਕ ਬੈਠ ਲਵਪੁਰ ਦਿਸ ਆਏ, ਕੁਝ ਕੁ ਸਮਾਂ ਬੈਠ ਕੇ ਲਾਹੌਰ ਵੱਲ ਨੂੰ ਚੱਲ ਪਏ। ਕਾਨ੍ਹਾ ਮਗ ਮਹਿ ਮ੍ਰਿਤ ਕੋ ਪਾਏ। ਕਾਨ੍ਹੇ ਭਗਤ ਦੀ ਰਸਤੇ ਵਿੱਚ ਹੀ ਮੌਤ ਹੋ ਜਾਂਦੀ ਹੈ। ਆਓ ਇਸ ਤੋਂ ਅਗਲਾ ਇਤਿਹਾਸ ਪ੍ਰੇਮ ਔਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤ ਸ੍ਰੀ ਸਤਿਗੁਰ ਗ੍ਰੰਥ ਲਿਖਾਵੈ। ਹੁਣ ਇਧਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਬੀੜ ਗ੍ਰੰਥ ਬਾਣੀ ਲਿਖਵਾ ਰਹੇ ਹਨ। ਲਿਖੈ ਭਾਈ ਬਹੁ ਹੇਤ ਵਡਾਵੈ। ਤੇ ਭਾਈ ਗੁਰਦਾਸ ਜੀ ਬਹੁਤ ਪ੍ਰੇਮ ਵਧਾ ਕੇ ਬਾਣੀ ਲਿਖ ਰਹੇ ਹਨ। ਰਾਗ ਬਸੰਤ ਸ਼ਬਦ ਲਿਖਵਾਏ। ਫਿਰ ਬਸੰਤ ਰਾਗ ਤੇ ਜਾਵੜੇ ਬਸੰਤ ਰਾਗ ਦੇ ਸ਼ਬਦ ਲਿਖਵਾਏ ਹਨ। ਪੁਨਹ ਵਾਰ 3 ਪੌੜੀ ਗਾਏ। ਫਿਰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਫਿਰ ਵਾਰ ਉਚਾਰਨ ਲੱਗੇ ਆ। ਵਾਰਾਂ ਨੇ ਤੇ ਉਹਦੀਆਂ 3 ਪੌੜੀਆਂ ਬਸੰਤ ਕੀ ਵਾਰ ਦੀਆਂ ਮਹਾਰਾਜ ਗਾਇਨ ਕੀਤੀਆਂ ਹਨ। ਸੂਪਕਾਰ ਇਤਨੇ ਮਹਿ ਆਇਓ। ਇਹਨੇ ਨੂੰ ਜਿਹੜਾ ਰਸੋਈਆ ਹੈ ਲਾਂਗਰੀ, ਉਹ ਆ ਗਿਆ ਹੈ। ਤਿਆਰ ਆਹਾਰ ਪ੍ਰਭੂ ਪੁਨ ਪਾਇਓ। ਤੇ ਇਸ ਤਰ੍ਹਾਂ ਉਹਨੇ ਬੇਨਤੀ ਕੀਤੀ ਵੀ ਮਹਾਰਾਜ ਤੁਹਾਨੂੰ ਉਡੀਕ ਰਹੇ ਆ। ਸਾਰੀਆਂ ਸੰਗਤਾਂ ਵੀ ਬੈਠੀਆਂ, ਪ੍ਰਸ਼ਾਦਾ ਛਕਣਾ ਹੈ, ਲੰਗਰ ਪਾਣੀ ਸਭ ਕੁਝ ਤਿਆਰ ਹੈ। ਆਪ ਜੀ ਕਿਰਪਾ ਕਰੋ, ਜੇ ਆਪ ਜੀ ਛਕੋਗੇ ਤਾਂ ਸੰਗਤ ਛਕੂ। ਉਹ 3 ਪੌੜੀਆਂ ਉਚਾਰਨ ਕੀਤੀਆਂ ਸੀ। ਦੇਖੋ ਕਿੰਨਾ ਸਤਿਕਾਰ ਸੰਗਤ ਦਾ ਵੀ ਮਹਾਰਾਜ ਉਸੇ ਸਮੇਂ ਹੀ ਤਿਆਰ ਆਹਾਰ। ਉਹ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਭੋਜਨ ਪਦਾਰਥ ਪ੍ਰਸ਼ਾਦਾ ਤਿਆਰ ਹੈ, ਪ੍ਰਭੂ ਪੁੰਨ ਪਾਇਓ। ਤਾਂ ਗੁਰੂ ਸਾਹਿਬ ਜੀ ਨੇ ਉੱਠੇ ਹਨ, ਪ੍ਰਸ਼ਾਦਾ ਛਕਿਆ ਹੈ। ਆਦਰ ਕਰਨ ਆਹਾਰਹਿ ਕੇਰਾ। ਤੋ ਆਦਰ ਕਰਨ ਦੇ ਵਾਸਤੇ ਜੋ ਭੋਜਨ ਦਾ ਅਨਾਦਰ ਨਾ ਹੋਵੇ। ਉੱਠੇ ਸਤਿਗੁਰੂ ਤਬ ਬਿਨ ਬੇਰਾ। ਤਦ ਭਾਈ ਬਿਨਾਂ ਦੇਰੀ ਤੋਂ ਗੁਰੂ ਅਰਜਨ ਦੇਵ ਪਾਤਸ਼ਾਹ ਉੱਠੇ ਹਨ। ਛਕ ਪ੍ਰਸਾਦ ਕਰ ਉੱਠੇ ਦਿਆਲਾ। ਪ੍ਰਸ਼ਾਦਾ ਪਾਣੀ ਛਕ ਕਰਕੇ ਦਿਆਲੂ ਸਤਿਗੁਰੂ ਉੱਠੇ ਹਨ। ਪੁਨਹ ਅਪਰ ਲਾਗੇ ਕਿਸ ਖਿਆਲਾ। ਫਿਰ ਮਹਾਰਾਜ ਹੋਰ ਖਿਆਲਾਂ ਆਨੰਦ ਵਿੱਚ, ਕਿਉਂਕਿ ਬਹੁਤ ਹੋਰ ਕਾਰਜ ਨੇ ਗੁਰਬਾਣੀ ਦਾ ਜਿਹੜੀ ਲਿਖਤ ਹੋ ਰਹੀ ਹੈ। ਸਾਰੇ ਪਾਸੇ ਤੋਂ ਮਹਾਰਾਜ ਪੂਰਾ ਖਿਆਲ ਕਰ ਰਹੇ ਨੇ। ਸੰਤ ਰੇਣ ਜੀ ਕਹਿੰਦੇ ਫਿਰ ਭਾਈ ਹੋਰ ਖਿਆਲ ਵਿੱਚ ਲੱਗ ਗਏ। ਰਹੀ ਵਾਰ ਸੋ ਤਿਸੀ ਸਥਾਨੇ। ਉਹ ਵਾਰ ਉਸੇ ਸਥਾਨ ਤੇ ਰਹੀ, ਭਾਵ 3 ਹੀ ਪੌੜੀਆਂ ਰਹੀਆਂ। ਗੁਰ ਕੀ ਲੀਲਾ ਗੁਰ ਹੀ ਜਾਣੇ। ਇਹ ਵੀ ਗੁਰੂ ਦਾ ਕੌਤਕ ਹੈ
ਕਿ 3 ਹੀ ਪੌੜੀਆਂ ਦੀ, ਕੋਈ ਸ਼ਲੋਕ ਨਹੀਂ, ਕੇਵਲ 3 ਪੌੜੀਆਂ ਹੈ। ਜਿਹੜਾ ਹਰ ਕਾ ਨਾਮ ਧਿਆਏ ਕਹਿ ਹਰਿਆ ਭਾਈ, ਇਹ ਮਹਾਰਾਜ ਨੇ 3 ਪੌੜੀਆਂ ਦੀ ਹੀ ਵਾਰ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਹੈ। ਗੁਰੂ ਦੀ ਲੀਲਾ ਨੂੰ ਸਤਿਗੁਰੂ ਹੀ ਜਾਣਦੇ ਹਨ। ਪ੍ਰਭਾਤੀ ਰਾਗ ਭੋਗ ਗੁਰ ਪਾਏ। ਫਿਰ ਗੁਰਮੁਖੋ ਪ੍ਰਭਾਤੀ ਰਾਗ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 30ਵਾਂ ਰਾਗ ਹੈ, ਉਸ ਤੇ ਮਹਾਰਾਜ ਨੇ ਭੋਗ ਪਾਇਆ। ਇਹ ਰਾਗਾਂ ਦੀ ਵੀ ਬੜੇ ਢੰਗ ਨਾਲ ਤਰਤੀਬ ਹੈ। ਪਹਿਲਾ ਰਾਗ ਜਿਹੜਾ ਹੈ ਉਹ ਸ੍ਰੀ ਰਾਗ ਸ਼ੁਰੂ ਹੁੰਦਾ ਹੈ। ਸ੍ਰੀ ਰਾਗ ਇਹ ਸ੍ਰੀ ਰਾਗ ਦਾ ਨਾਮ ਹੈ। ਸ੍ਰੀ ਜਿਹੜਾ ਹੈ ਸ਼ਾਮ ਨੂੰ ਕਹਿੰਦੇ, ਆਥਣ ਨੂੰ ਸ੍ਰੀ ਰਾਗ। ਤੇ ਇਸ ਤਰ੍ਹਾਂ ਪ੍ਰਭਾਤ ਕਹਿੰਦੇ ਨੇ ਸਵੇਰ ਨੂੰ। 30ਵਾਂ ਰਾਗ ਪ੍ਰਭਾਤ ਹੈ ਕਿ ਭਾਈ ਤੇਰੇ ਜੀਵਨ ਵਿੱਚ ਦੇਖ ਆਥਣ ਜਿਹੜੀ ਹੈ ਸ਼ੁਰੂ ਹੋਈ, ਇਹ ਪ੍ਰਭਾਤ ਵਿੱਚ ਬਦਲੇ, ਪ੍ਰਕਾਸ਼ ਵਿੱਚ ਬਦਲੇ, ਬ੍ਰਹਮ ਗਿਆਨ ਵਿੱਚ ਬਦਲ ਜੇ। ਜਿਹੜਾ ਇਹ ਮਨੁੱਖਾ ਜੀਵਨ ਆਥਣ ਰੂਪ ਤੋਂ ਸ਼ੁਰੂ ਹੋਇਆ, ਬੰਦਗੀ ਕਰ ਜਗਿਆਸਾ ਭਾਵ ਪੈਦਾ ਕਰ, ਅੱਗੇ ਅੱਗੇ ਵੱਧਦਾ ਇਹ ਜੀਵਨ ਦੇ ਵਿੱਚ ਪ੍ਰਭਾਤ ਆ ਜੇ, ਸਵੇਰ ਆ ਜੇ, ਗਿਆਨ ਪ੍ਰਕਾਸ਼ ਹੋ ਜੇ, ਬ੍ਰਹਮ ਗਿਆਨਤਾ ਆ ਜੇ। ਤੇ ਇਸ ਤਰ੍ਹਾਂ 30ਵਾਂ ਰਾਗ ਪ੍ਰਭਾਤੀ ਹੈ। ਜਿਹੜਾ 31ਵਾਂ ਰਾਗ ਹੈ ਉਹ ਨਾਵੇ ਪਾਤਸ਼ਾਹ ਮਹਾਰਾਜ ਦੀ ਸ਼ਲੋਕ ਮਹੱਲਾ ਨਾਵਾ ਦੀ ਬਾਣੀ ਹੈ। ਉਹ ਜੈਜਾਵੰਤੀ ਰਾਗ ਹੈ। ਤੇ ਜੈਜਾਵੰਤੀ ਮਹਾਰਾਜ ਨੇ ਹੁਣ ਪਹਿਲਾਂ ਵੀ ਬਾਕੀ ਸ਼ਬਦ ਦੇਖੋ ਪਹਿਲਾਂ ਦਰਜ ਕੀਤੇ ਆ ਨਾ ਨਾਵੇਂ ਪਾਤਸ਼ਾਹ ਮਹਾਰਾਜ ਦੇ, ਬਾਕੀ ਰਾਗਾਂ ਦੇ ਨਾਲ ਮਿਲਾ ਕੇ 10ਵੇਂ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਲਿਖਵਾਏ। ਪਰ ਉਹ ਕੁਝ ਜਿਹੜੇ ਜੈਜਾਵੰਤੀ ਰਾਗ ਦੇ ਸੀ ਉਹ 31ਵੇਂ ਨੰਬਰ ਤੇ ਰਾਗ ਲਿਖਵਾਇਆ। ਹੁਣ ਜੇ ਬਾਕੀ ਸ਼ਬਦ ਪਹਿਲਾਂ ਹੋ ਸਕਦੇ, ਜੇ ਉਹ ਰਾਗ ਦੀ ਤਰਤੀਬ ਵਿੱਚ ਪਹਿਲਾਂ ਵੀ ਕਰ ਸਕਦੇ, ਪਰ ਉਹ ਤਰਤੀਬ ਨਾਲ ਹੀ ਸਾਰਾ ਲਿਖਾਈ। ਕਿਉਂਕਿ ਜੈਜਾਵੰਤੀ ਰਾਗ ਜਿਹੜਾ ਹੈ ਇਹ ਉਸ ਸਮੇਂ ਗਾਇਆ ਜਾਂਦਾ ਜਦੋਂ ਕੋਈ ਬਹੁਤ ਵੱਡੀ ਮੁਹਿੰਮ ਤੇ ਚੜਿਆ ਹੋਵੇ ਤੇ ਉਹ ਮੁਹਿੰਮ ਜਿੱਤ ਕੇ ਆ ਜੇ। ਉਹਦੀ ਜਿੱਤ ਦੀ ਖੁਸ਼ੀ ਦੇ ਵਿੱਚ ਜਿਹੜਾ ਰਾਗ ਗਾਇਨ ਕਰਦੇ ਆ, ਖਾਸ ਕਰਕੇ ਰਾਜਸਥਾਨ ਏਰੀਏ 'ਚ, ਉਹ ਜੈਜਾਵੰਤੀ ਰਾਗ ਗਾਉਂਦੇ ਆ ਤੇ ਜਿੱਤ ਦੀ ਖੁਸ਼ੀ। ਇਸੇ ਤਰ੍ਹਾਂ ਭਾਈ ਤੇਰਾ ਮਨੁੱਖਾ ਜੀਵਨ ਹੈ। ਦੇਖ ਕਾਰਨ ਸਰੀਰ ਕਰਕੇ ਆ ਤੈਨੂੰ ਸਥੂਲ ਮਿਲਿਆ। ਕਾਰਨ ਕੀ ਸੀ? ਅਗਿਆਨਤਾ। ਅਗਿਆਨਤਾ ਕਰਕੇ ਹੀ ਜਨਮ ਮਰਨ ਦੇ ਵਿੱਚ ਆਇਆ ਨਾ, ਮਨੁੱਖਾ ਜੂਨੀ ਚ ਆਇਆ। ਮਹਾਰਾਜ ਕਹਿੰਦੇ ਹੁਣ ਪਰਮੇਸ਼ਰ ਨੂੰ ਮਿਲਣ ਦੀ ਵਾਰੀ ਹੈ। ਜਿਹੜੇ ਫਿਰ ਗੁਰਮੁਖੋ ਇਸ ਮਨੁੱਖਾ ਜਨਮ ਦੇ ਮਨੋਰਥ ਨੂੰ ਸਮਝ ਗਏ, ਗੁਰੂ ਦੇ ਉਪਦੇਸ਼ ਮੁਤਾਬਕ ਚੱਲੇ, ਫਿਰ ਉਹਨਾਂ ਦੇ ਜੀਵਨ ਵਿੱਚ ਪ੍ਰਭਾਤ ਆ ਜਾਂਦੀ ਹੈ। ਅਗਿਆਨਤਾ ਦੀ ਰਾਤ ਕੱਟੀ ਗਈ ਤੇ ਜੀਵਨ ਵਿੱਚ ਪ੍ਰਭਾਤ ਆ ਗਈ। 30ਵਾਂ ਰਾਗ ਪ੍ਰਭਾਤੀ ਹੈ। ਜਿਹਦੇ ਜੀਵਨ ਵਿੱਚ ਪ੍ਰਭਾਤ ਆ ਗਈ ਭਾਵ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ, ਜਾਣੋ ਉਹਨੇ ਮਨੁੱਖਾ ਜੀਵਨ ਦੀ ਬਾਜੀ ਨੂੰ ਜਿੱਤ ਲਿਆ। ਤੇ ਜਿਸ ਨੇ ਫਿਰ ਹੁਣ ਇਹ ਮਨੁੱਖਾ ਜੀਵਨ ਦੀ ਬਾਜੀ ਜਿੱਤੀ, ਉਹ ਜਿੱਤ ਦੀ ਖੁਸ਼ੀ ਦੇ ਵਿੱਚ ਜੈਜਾਵੰਤੀ ਹੈ। 31ਵਾਂ ਰਾਗ ਫਿਰ ਜੈਜਾਵੰਤੀ, ਉਹ ਨਾਵੇਂ ਪਾਤਸ਼ਾਹ ਮਹਾਰਾਜ ਦਾ ਪਹਿਲਾਂ ਜੋ ਹੈ, ਅੱਜ ਵੀ ਉਹ ਪਾਵਨ ਸਰੂਪ ਜਿਹੜਾ ਗੁਰਮੁਖੋ ਮੌਜੂਦ ਹੈ। ਜਦੋਂ ਆਪਾਂ ਕਰਤਾਰਪੁਰ ਜਲੰਧਰ ਦੇ ਕੋਲ ਨਗਰ ਹੈ, ਉੱਥੇ 5ਵੇਂ ਪਾਤਸ਼ਾਹ ਮਹਾਰਾਜ ਦਾ ਵਸਾਇਆ ਹੋਇਆ ਨਗਰ, ਤੋਂ ਬਾਬਾ ਧੀਰਮਲ ਜੀ ਦੀ ਔਲਾਦ ਜਿਹੜੀ ਹੈ ਉਹਨਾਂ ਦੇ ਕੋਲ ਅੱਜ ਵੀ ਪਾਵਨ ਸਰੂਪ ਜਿਹੜਾ ਹੈ, ਉਸੇ ਤਰ੍ਹਾਂ ਇੱਥੇ ਉਹ ਗੁਰਦੁਆਰਾ ਸਾਹਿਬ ਉਹ ਗੁਰਮੁਖੋ ਮੌਜੂਦ ਹੈ ਜੋ ਪੰਚਮ ਪਾਤਸ਼ਾਹ ਮਹਾਰਾਜ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ। ਉਹਦੇ ਵਿੱਚ 30 ਰਾਗ ਹਨ। ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਪ੍ਰਭਾਤੀ ਰਾਗ ਆਇਆ। ਪ੍ਰਭਾਤੀ ਰਾਗ ਦੇ ਉੱਤੇ ਇੱਥੇ ਫਿਰ ਰਾਗਾਂ ਦੇ ਮੁਤਾਬਕ ਭੋਗ ਪਾਇਆ ਹੈ। ਤੋ ਸੰਤ ਰੇਣ ਜੀ ਇਤਿਹਾਸਕ ਬਚਨ ਕਹਿ ਰਹੇ ਹਨ,
ਪ੍ਰਭਾਤੀ ਰਾਗ ਭੋਗ ਗੁਰ ਪਾਏ। ਪ੍ਰਭਾਤੀ ਰਾਗ ਤੇ ਸਤਿਗੁਰੂ ਨੇ ਭੋਗ ਪਾਇਆ ਹੈ। ਤੀਸ ਰਾਗ ਭੇਪੂਰ ਸੁਹਾਏ। ਇਸ ਤਰ੍ਹਾਂ 30 ਰਾਗ ਜਿਹੜੇ ਨੇ ਪੂਰਨ ਰੂਪ ਵਿੱਚ ਸੁਭਾਏਮਾਨ ਹੋਏ। ਸੁਨੀਏ ਸੋ ਅਬ ਭਲੀ ਪ੍ਰਕਾਰ। ਹੁਣ ਭਾਈ ਭਲੀ ਪ੍ਰਕਾਰ ਅੱਗੇ ਸੁਣ ਲਓ। 30 ਰਾਗ ਜੋ ਨੰਬਰਵਾਰ, ਕਿ ਜਿਹੜੇ 30 ਰਾਗ ਨੇ ਉਹ ਨੰਬਰਵਾਰ ਕਿਸ ਤਰ੍ਹਾਂ ਹਨ। ਸ੍ਰੀ ਰਾਗ ਪੁਨ ਮਾਝ ਪਛਾਨੋ। ਹੁਣ ਇਹ ਰਾਗ ਜਿਹਨੇ ਚੇਤੇ ਕਰਨੇ ਨੇ ਉਹ ਇਹਨਾਂ ਪੰਕਤੀਆਂ ਨੂੰ ਚੇਤੇ ਕਰ ਲਵੇ, ਸਾਰੇ ਰਾਗ ਚੇਤੇ ਹੋ ਜਾਂਦੇ ਆ। ਕਹਿੰਦੇ ਸ੍ਰੀ ਰਾਗ ਪੁਨ ਮਾਝ ਪਛਾਨੋ। ਭਾਈ ਪਹਿਲਾਂ ਸ੍ਰੀ ਰਾਗ ਹੈ, ਫਿਰ ਮਾਝ ਰਾਗ ਪਛਾਣ ਲਓ। ਗੌੜੀ ਆਸਾ ਗੁਜਰੀ ਜਾਨੋ। ਫਿਰ ਗੌੜੀ ਰਾਗ, ਆਸਾ ਰਾਗ, ਗੁਜਰੀ ਰਾਗ ਜਾਣ ਲਓ। ਦੇਵ ਗੰਧਾਰ ਬਿਹਾਗੜਾ ਨੂਪ। ਫਿਰ ਭਾਈ ਦੇਵ ਗੰਧਾਰੀ ਰਾਗ ਹੈ ਤੇ ਬਿਹਾਗੜਾ ਰਾਗ ਆ ਗਿਆ। ਉਸ ਤੋਂ ਬਾਅਦ ਜੋ ਅਨੂਪਮ, ਵਡਹੰਸ, ਸੋਰਠ, ਧਨਾਸਰੀ ਰੂਪ। ਉਸ ਤੋਂ ਅੱਗੇ ਵਡਹੰਸ ਰਾਗ ਹੈ, ਫਿਰ ਸੋਰਠ ਰਾਗ, ਧਨਾਸਰੀ ਰਾਗ ਰੂਪਵਾਨ ਹੈ। ਜੈਤ ਸ੍ਰੀ ਟੋਡੀ ਬੈਰਾੜੀ। ਫਿਰ ਗੁਰਮੁਖੋ ਜੈਤ ਸ੍ਰੀ ਰਾਗ ਹੈ, ਟੋਡੀ ਰਾਗ, ਬਰਾੜੀ ਰਾਗ ਹੈ। ਤਿਲੰਗ ਸੂਹੀ ਬਿਲਾਵਲ ਗਾੜੀ। ਫਿਰ ਤਲੰਗ ਰਾਗ, ਸੂਹੀ ਰਾਗ, ਬਿਲਾਵਲ ਰਾਗ ਹੈ। ਗੌਂਡ ਔਰ ਗੌਂਡ ਔਰ ਰਾਮ ਕਲੀ ਨਟ ਧਾਰੀ। ਫਿਰ ਗੌਂਡ ਰਾਗ ਹੈ, ਰਾਮਕਲੀ ਰਾਗ, ਨਟ ਰਾਗ ਹੈ। ਮਾਲੀ ਗੌੜਾ ਮਾਰੂ ਤੁਖਾਰੀ। ਉਸ ਤੋਂ ਬਾਅਦ ਮਾਲੀ ਗੌੜਾ ਰਾਗ ਆਉਂਦਾ, ਫਿਰ ਮਾਰੂ ਰਾਗ ਆਉਂਦਾ, ਅੱਗੇ ਤੁਖਾਰੀ ਰਾਗ ਹੈ। ਕੇਦਾਰਾ ਭੈਰਵ ਬਾਸੰਤ। ਕੇਦਾਰਾ ਰਾਗ ਹੈ, ਭੈਰਵ ਰਾਗ, ਬਸੰਤ ਰਾਗ ਆ ਗਿਆ। ਸਾਰੰਗ ਮਲਾਰ ਕਾਨੜਾ ਸੰਤ। ਫਿਰ ਭਾਈ ਸਾਰੰਗ ਰਾਗ ਹੈ, ਅੱਗੇ ਮਲਾਰ ਰਾਗ, ਫਿਰ ਕਾਨੜਾ ਰਾਗ ਆ ਜਾਂਦਾ ਹੈ। ਕਲਿਆਣ ਤੀਹ ਬਖਾਨ। ਫਿਰ ਕਲਿਆਣ ਰਾਗ ਆ ਗਿਆ। ਉਸ ਤੋਂ ਬਾਅਦ ਪ੍ਰਭਾਤੀ, ਕਲਿਆਣ ਪ੍ਰਭਾਤੀ, ਇੱਥੇ ਛਪਣ ਵੱਲੋਂ ਰਿਹਾ। ਕਲਿਆਣ ਪ੍ਰਭਾਤੀ ਤੀਹ ਬਖਾਨ। ਕਲਿਆਣ ਰਾਗ ਉਪਰੰਤ ਭਾਈ ਪ੍ਰਭਾਤੀ ਰਾਗ ਹੈ। ਇਸ ਤਰ੍ਹਾਂ 30 ਰਾਗ ਪ੍ਰਤੱਖ ਹਨ। ਗੁਰੂ ਗ੍ਰੰਥ ਮਹਿ ਜੋ ਪਰਮਾਨ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਾਈ ਪ੍ਰਮਾਣਿਕ ਪਹਿਲੇ ਸਰੂਪ ਵਿੱਚ ਹਨ। ਦੋਹਰਾ ਪੁਨਹ ਲਿਖਾਏ ਸ਼ਲੋਕ ਗੁਰ, ਸਹਿਸਕ੍ਰਿਤ ਕੇ ਜਾਨ। ਕਈ ਵਾਰ ਆਪਾਂ ਪੁਰਾਣੇ ਸਮੇਂ ਵਿੱਚ ਸੁਣਦੇ ਹੁੰਦੇ ਸੀ ਵੀ ਭਾਈ ਮਹਾਰਾਜ ਦੀ ਸਾਰੀ ਬਾਣੀ ਸੁਣਨੀ ਚਾਹੀਦੀ ਹੈ, ਅਖੰਡ ਪਾਠ ਸਾਹਿਬ। ਜੇ ਕਹਿੰਦੇ ਕਿਸੇ ਕਾਰਨ ਵੀ ਨਹੀਂ ਪੂਰੀ ਸੁਣ ਸਕਦਾ, ਘੱਟੋ ਘੱਟ ਭੋਗ ਦੇ ਆ ਕੇ ਸ਼ਲੋਕ ਸੁਣੇ। ਤੇ ਉਹ ਅਸੀਂ ਕੀ ਕਹਿਣ ਲਈ, ਇਕੱਲੇ ਨਾਵੇਂ ਪਾਤਸ਼ਾਹ ਜੀ ਦੇ ਸ਼ਲੋਕ ਸੁਣ ਲਈ, ਭੋਗ ਦੇ ਸ਼ਲੋਕ ਹੈ। ਅਸਲ ਵਿੱਚ ਰਾਗ, ਜਦੋਂ ਰਾਗਾਂ ਦੀ ਸਮਾਪਤੀ ਹੋ ਜਾਂਦੀ ਹੈ, ਉਦੋਂ ਬਾਅਦ ਜਿਹੜੀ ਬਾਣੀ ਸ਼ੁਰੂ ਹੁੰਦੀ ਹੈ ਉਹ ਸਾਰੀ ਭੋਗ ਦੇ ਸ਼ਲੋਕ ਨੇ। ਉਹਨਾਂ ਵਿੱਚ ਸਹਿਸਕ੍ਰਿਤੀ ਸ਼ਲੋਕ ਵੀ ਆ ਗਏ ਤੇ ਫੁਨਹੇ ਵੀ ਆ ਗਏ, ਸੰਮਣ ਮੂਸਣ ਵਾਲੇ ਵੀ ਆ ਗਏ। ਫਿਰ ਜਿਹੜੇ ਹਨ 12 ਤੋਂ ਵਧੇਕ ਸ਼ਲੋਕ, ਪਹਿਲੇ ਪਾਤਸ਼ਾਹ ਜੀ, ਦੂਜੇ, ਤੀਜੇ, ਚੌਥੇ, ਪੰਜਵੇਂ, ਨਾਵੇਂ, ਇਸ ਤਰ੍ਹਾਂ ਰਾਗਮਾਲਾ। ਇਹ ਸਾਰੇ ਜਿਹੜੇ ਹਨ ਇਹਨਾਂ ਨੂੰ ਭੋਗ ਦੇ ਸ਼ਲੋਕ ਕਿਹਾ ਹੈ। ਪੁਨਹ ਲਿਖਾਏ ਸ਼ਲੋਕ ਗੁਰ। ਇਸ ਤੋਂ ਉਪਰੰਤ ਮਹਾਰਾਜ ਨੇ ਫਿਰ ਸ਼ਲੋਕ ਲਿਖਾਏ ਨੇ ਸਹਿਸਕ੍ਰਿਤ ਕੇ ਜਾਨ, ਜਿਨ੍ਹਾਂ ਨੂੰ ਸਹਿਸਕ੍ਰਿਤੀ ਦੇ ਸ਼ਲੋਕ ਕਿਹਾ ਜਾਂਦਾ ਹੈ। ਆਮ ਆਪਾਂ ਸੰਸਕ੍ਰਿਤ ਕਹਿ ਦਿੰਦੇ ਹਾਂ। ਸੰਸਕ੍ਰਿਤ ਸਹਿਸਕ੍ਰਿਤੀ ਦੇ ਵਿੱਚੋਂ ਪੈਦਾ ਹੋਈ ਹੈ। ਜਿਵੇਂ ਕੁਝ ਭਾਸ਼ਾਵਾਂ ਦੇ ਵਿੱਚੋਂ ਅੱਗੇ ਭਾਸ਼ਾ ਨਵੀਂ ਪੈਦਾ ਹੋ ਜਾਂਦੀ ਹੈ ਨਾ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਸਹਿਸਕ੍ਰਿਤੀ ਹੈ। ਤੇ ਸੰਸਕ੍ਰਿਤ ਜਿਹੜੀ ਹੈ ਉਹ ਫਿਰ ਇਹ ਜਾਣੋ ਕਿ ਸਹਿਸਕ੍ਰਿਤੀ ਮਾਂ ਹੈ ਤੇ ਸੰਸਕ੍ਰਿਤ ਧੀ ਹੈ। ਭਾਵ ਵਿੱਚੋਂ ਪੈਦਾ ਹੋਈ ਸਹਿਸਕ੍ਰਿਤੀ ਦੇ, ਲਗਭਗ ਮਿਲਦੀ ਜੁਲਦੀ ਹੈ, ਥੋੜਾ ਫਰਕ ਹੈ ਉਚਾਰਨ ਦਾ।
ਪੁਨਹ ਲਿਖਾਏ ਸ਼ਲੋਕ ਗੁਰ ਸਹਿਸਕ੍ਰਿਤ ਕੇ ਜਾਨ। ਫਿਰ ਮਹਾਰਾਜ ਨੇ ਭਾਈ ਸਹਿਸਕ੍ਰਿਤੀ ਦੇ ਜਿਹੜੇ ਸ਼ਲੋਕ ਉਸ ਤੋਂ ਬਾਅਦ ਲਿਖਾਏ ਹਨ ਉਹ ਜਾਣ ਲਓ। ਸੁਨੋ ਕਥਾ ਅਬ ਤਾਹੇ ਕੀ, ਹਰੀ ਪ੍ਰੇਮ ਹਿਤ ਠਾਨ। ਉਹ ਫਿਰ ਸ਼ਲੋਕ ਕਿਵੇਂ ਲਿਖਾਏ, ਕਿਉਂਕਿ ਪਹਿਲੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਲੋਕਾਂ ਤੋਂ ਸਹਿਸਕ੍ਰਿਤੀ ਸ਼ਲੋਕ ਸ਼ੁਰੂ ਹੋ ਜਾਂਦੇ ਆ। ਪੜ੍ਹ ਪੁਸਤਕ ਸੰਧਿਆ ਬਾਦੰ ਤੋ ਇਹ ਸ਼ਲੋਕ ਸੁਨੋ ਕਥਾ ਬਤਾਹੇ ਕੀ, ਸਹਿਸਕ੍ਰਿਤੀ ਸ਼ਲੋਕਾਂ ਦੀ ਇਹ ਕਥਾ ਸਰਵਣ ਕਰੋ। ਹਰੀ ਪ੍ਰੇਮ ਹਿਤ ਠਾਨ। ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਕਿ ਹੇ ਬਾਬਾ ਪ੍ਰੇਮ ਸਿੰਘ ਬੇਦੀ ਜੀ, ਪ੍ਰੇਮ ਧਾਰ ਕਰਕੇ ਹਿਤ ਦੇ ਨਾਲ ਉਹ ਸ਼ਲੋਕਾਂ ਦੀ ਵੀ ਕਥਾ ਸੁਣ ਲਵੋ। ਦ્વੈ ਭਰਾਤਾ ਪੰਡਤ ਹੋਤੇ, ਹਰੀ ਕ੍ਰਿਸ਼ਨ ਹਰ ਲਾਲ। ਇਹ ਦੋ ਭਰਾ ਸਨ ਬ੍ਰਾਹਮਣ ਜਾਤੀ ਤੋਂ ਪੰਡਤ, ਜਿਨ੍ਹਾਂ ਦਾ ਨਾਮ ਇੱਕ ਦਾ ਨਾਂ ਹਰੀ ਕ੍ਰਿਸ਼ਨ ਸੀ, ਇੱਕ ਦਾ ਨਾਂ ਹਰੀ ਲਾਲ ਹੈ। ਇਹ ਦੋ ਭਰਾ ਬ੍ਰਾਹਮਣ ਬੜੇ ਵਿਦਵਾਨ ਸਿਆਣੇ ਸਨ। ਕਾਂਸੀ ਤੇ ਆਵਤ ਭਏ, ਦਰਸ਼ਨ ਹੇਤ ਦਿਆਲ। ਉਹ ਭਾਈ ਕਾਂਸੀ ਤੋਂ ਆਏ। ਇਹ ਹੁਣ ਇਹ ਜਿਹੜੇ ਸ਼ਲੋਕ ਨੇ ਆਸਾ ਦੀ ਵਾਰ ਦੇ ਵਿੱਚ ਵੀ ਆਉਂਦੇ ਆ, ਪਰ ਉੱਥੇ ਥੋੜਾ ਉਚਾਰਨ ਦਾ ਫਰਕ ਹੈ। ਜਿਹੜੇ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਆਉਂਦੇ ਆ ਉਹਦਾ ਥੋੜਾ ਜਿਹਾ ਉਚਾਰਨ ਦਾ ਫਰਕ ਹੈ, ਲਗਭਗ ਅਰਥ ਨੇੜੇ ਤੇੜੇ ਸਾਰੇ ਇੱਕੋ ਹੀ ਹੈ। ਇਹ ਕਿਉਂਕਿ ਮਹਾਰਾਜ ਨੇ ਜਗ੍ਹਾ ਜਗ੍ਹਾ ਉਪਦੇਸ਼ ਦਿੱਤਾ, ਇਸ ਕਰਕੇ ਫਿਰ ਉਸ ਤਰ੍ਹਾਂ ਨੇ, ਜਿਵੇਂ ਹੁਣ ਸ਼ਬਦ ਤਾਂ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, 3 ਵਾਰੀ ਆ ਗਿਆ ਜਪਜੀ ਸਾਹਿਬ ਵਿੱਚ, ਰਹਿਰਾਸ ਵਿੱਚ, ਫਿਰ ਆਸਾ ਰਾਗ ਵਿੱਚ। 3 ਵਾਰੀ ਉਚਾਰਨ ਦਾ ਥੋੜਾ ਫਰਕ ਭੇਦ ਹੈ। ਤੇ ਇਸੇ ਤਰ੍ਹਾਂ ਇਹਨਾਂ ਸ਼ਲੋਕਾਂ ਵਿੱਚ ਹੈ। ਦ્વੈ ਭਰਾਤਾ ਇਹ ਪੰਡਤ ਦੋ ਭਰਾ, ਹਰੀ ਕ੍ਰਿਸ਼ਨ ਤੇ ਹਰੀ ਲਾਲ, ਕਾਂਸੀ ਤੇ ਆਵਤ ਭਏ। ਇਹ ਭਾਈ ਕਾਂਸੀ ਤੋਂ ਆਏ ਹਨ, ਦਰਸ਼ਨ ਹੇਤ ਦਿਆਲ। ਮਨ ਵਿੱਚ ਹੋਇਆ ਚਲੋ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਦਰਸ਼ਨ ਕਰ ਕੇ ਆਈਏ। ਦਰਸ਼ਨਾਂ ਵਾਸਤੇ ਦਿਆਲੂ ਸਤਿਗੁਰੂ ਜੀ ਦੇ ਕੋਲ ਪਹੁੰਚੇ ਹਨ। ਚੌਪਈ ਚਰਨ ਬੰਦਨਾ ਗੁਰ ਪਗ ਕੀਨੀ। ਗੁਰੂ ਸਾਹਿਬ ਦੇ ਚਰਨਾਂ ਤੇ ਆ ਕੇ ਇਹਨਾਂ ਬੰਦਨਾ ਕੀਤੀ। ਬਠਲਾਏ ਗੁਰ ਆਦਰ ਦੀਨੀ। ਤੇ ਗੁਰੂ ਸਾਹਿਬ ਨੇ ਸਤਕਾਰ ਦੇ ਕਰਕੇ ਕੋਲ ਬਿਠਾਏ ਹਨ। ਪੁਨ ਗੁਰ ਕਹਿਓ ਹੇਤ ਕਹਿ ਆਏ। ਫਿਰ ਮਹਾਰਾਜ ਕਹਿੰਦੇ ਵੀ ਹੈ, ਵਿਦਵਾਨੋ ਬ੍ਰਾਹਮਣੋ ਪੰਡਤੋ, ਭਾਈ ਦੱਸੋ ਹਰੀ ਕ੍ਰਿਸ਼ਨ ਹਰੀ ਲਾਲ ਕਿਸ ਵਾਸਤੇ ਆਏ ਹੋ। ਨਿਜ ਇੱਛਾ ਸਭ ਦੇਹੁ ਸੁਨਾਏ। ਉਹ ਭਾਈ ਆਪਣੀ ਜਿਹੜੀ ਇੱਛਾ ਹੈ ਉਹ ਤੁਸੀਂ ਦੱਸ ਦੇਵੋ। ਕਹਿਤ ਭਏ ਸਤਿਗੁਰ ਸਭ ਜਾਨੋ। ਕਹਿਣ ਲੱਗੇ ਵੀ ਮਹਾਰਾਜ ਤੁਸੀਂ ਸਭ ਜਾਣਦੇ ਹੋ। ਤਦੇ ਅਪ ਹਮ ਤੇ ਪੁੱਛਨ ਠਾਨੋ। ਫੇਰ ਵੀ ਮਹਾਰਾਜ ਅਗਰ ਤੁਸੀਂ ਸਾਤੋਂ ਪੁੱਛਦੇ ਹੋ ਤਾਂ ਅਸੀਂ ਦੱਸਦੇ ਹਾਂ। ਏਕ ਸਮੇਂ ਨਾਨਕ ਨਿਰੰਕਾਰੀ। ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨਿਰੰਕਾਰ ਸਰੂਪ ਸਤਿਗੁਰੂ ਆਏ ਕਾਂਸੀਪੁਰੀ ਮਝਾਰੀ। ਉਹ ਮਹਾਰਾਜ ਜੀ ਕਾਂਸੀਪੁਰੀ ਵਿੱਚ ਆਏ ਸਨ। ਵਿਦੁਖ ਗੋਪਾਲ ਪਿਤਾਮ ਹਮਾਰਾ। ਵਿਦੁਖ ਪਿਤਾਮ ਜਿਹੜਾ ਮਹਾਰਾਜ ਸਾਡਾ ਇੱਕ ਵਿਦੁਖ ਦਾ ਭਾਵ ਹੈ, ਬਹੁਤ ਵੱਡਾ ਵਿਦਵਾਨ ਪੰਡਤ। ਇਹ ਤੇ ਵਿਦੁਖ ਦਾ ਅਰਥ ਪੰਡਤ। ਗੋਪਾਲ ਪੰਡਤ ਗੋਪਾਲ ਪਿਤਾਮ ਹਮਾਰਾ, ਸਾਡਾ ਮਹਾਰਾਜ ਉਹ ਦਾਦਾ ਸੀ। ਭਾ ਸਿੱਖ ਗੁਰ ਨਾਨਕ ਸੁਖਕਾਰਾ। ਜੋ ਕਿ ਸੁੱਖਾਂ ਦੇ ਦਾਇਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਗੁਰੂ ਨਾਨਕ ਦੇ ਮਹਾਰਾਜ ਦਾ ਸਿੱਖ ਬਣੇ। ਗੋਪਾਲ ਦਾ ਤਾਂ ਪੰਡਤ ਨੂੰ ਉਪਦੇਸ਼ ਦਿੰਦਿਆਂ ਸੀ ਨਾ, ਜੋ ਚਰਚਾ ਕਰਨ ਵਾਸਤੇ ਆਇਆ ਸੀ। ਫਿਰ ਉਹ ਕੁੱਤੇ ਦੇ ਉੱਤੇ ਛਿੱਟਾ ਜਿਹਾ ਦਵਾਤਾ ਮਹਾਰਾਜ ਨੇ, ਉਹ ਬੋਲਣ ਲੱਗ ਗਿਆ ਸੀ। ਸਾਰਾ ਉਹਨੇ ਦੱਸਿਆ ਵੀ ਮੈਂ ਵੀ ਹਰੇਕ ਨਾਲ ਹੀ ਚਰਚਾ ਕਰਦਾ ਹੁੰਦਾ ਸੀ।
ਕੋਈ ਮਹਾਤਮਾ ਸ਼ਰਾਬ ਦੇ ਕੇ ਕਿਉਂ ਮੈਂ ਕੁੱਤੇ ਨੂੰ ਹਰੇਕ ਨਾਲ ਭੌਂਕਦਾ ਹੈ, ਤੇ ਕਹਿੰਦੇ ਜੂਨੀ ਧਾਰਨੀ ਪਈ। ਫਿਰ ਐਡੀ ਵਿਦਵਤਾ ਦਾ ਫਲ ਕੀ ਮਿਲਿਆ? ਕਹਿੰਦੇ ਆ ਦੇਖੋ ਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਏ ਤੇ ਇਹਨਾਂ ਨੇ ਜਿਹੜਾ ਮੇਰੇ ਹੀ ਭਲੇ ਵਾਸਤੇ ਆਏ ਆ, ਐਵੇਂ ਤੁਸੀਂ ਇਹਨਾਂ ਨਾਲ ਬਹਿਸ ਕਰੋ, ਇਹ ਪਰਮੇਸ਼ਰ ਰੂਪ ਆਪ ਹੈ, ਇਹਨਾਂ ਦੇ ਤਾਂ ਚਰਨੀ ਲੱਗਣਾ ਚਾਹੀਦਾ, ਇਹਨਾਂ ਨਾਲ ਕੋਈ ਬਹਿਸਬਾਜ਼ੀ ਨਹੀਂ ਤੁਸੀਂ ਕਰ ਸਕਦੇ। ਫਿਰ ਉਹ ਸਾਰੇ ਪੰਡਿਤ ਗੋਪਾਲ ਸਮੇਤ ਹੋਰ ਸਭ ਬ੍ਰਾਹਮਣ ਮਹਾਰਾਜ ਦੇ ਚਰਨੀ ਲੱਗੇ। ਸਤਿਗੁਰਾਂ ਨੇ ਬਹੁਤ ਕਿਰਪਾ ਕੀਤੀ। ਤੇ ਜਿਹੜਾ ਉਹ ਪੰਡਿਤ ਗੋਪਾਲ ਸੀ ਉਹ ਇਹਨਾਂ ਦਾ ਦਾਦਾ ਸੀ, ਹਰੀ ਕ੍ਰਿਸ਼ਨ ਹਰੀ ਲਾਲ ਦਾ। ਕਹਿੰਦੇ ਜੀ ਉਹ ਸਾਡਾ ਦਾਦਾ ਭਾਅ ਸਿੱਖ ਗੁਰੂ ਨਾਨਕ ਸੁਖਕਾਰਾ। ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਸੁੱਖਾਂ ਨੂੰ ਕਰਨ ਵਾਲੇ ਸਤਿਗੁਰੂ ਜੀ ਦਾ ਸਿੱਖ ਬਣਿਆ। ਅਨਕ ਭਾਂਤ ਹਰ ਚਰਚਾ ਕੀਨ। ਫਿਰ ਬਹੁਤ ਤਰ੍ਹਾਂ ਦੀ ਚਰਚਾ ਵਿਚਾਰ ਧਰਮ ਦੇ ਵਿਸ਼ੇ ਤੇ ਹੋਈ। ਚਤਰ ਸਲੋਕ ਸਿੱਖ ਬਨਾ ਦੀਨ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ 4 ਸ਼ਲੋਕ ਉਚਾਰ ਕੇ ਸਿੱਖਿਆ ਦਿੱਤੀ। ਅਸ ਕਹਿ ਧਰੇ ਸਲੋਕ ਅਗਾਰੀ। ਇਹ ਕਹਿ ਕੇ ਫਿਰ ਇਹਨਾਂ ਨੇ ਉਹ 4 ਸ਼ਲੋਕ ਲਿਖਤ ਰੂਪ ਵਿੱਚ ਸਾਂਭੇ ਹੋਏ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਅੱਗੇ ਧਰੇ ਹਨ। ਪੁਨ ਸਤਿਗੁਰ ਢਿਗ ਬਿਨੈ ਉਚਾਰੀ। ਤੇ ਫਿਰ ਗੁਰੂ ਮਹਾਰਾਜ ਕੋਲ ਬੇਨਤੀ ਕੀਤੀ ਵੀ ਮਹਾਰਾਜ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਸਾਡੇ ਦਾਦੇ ਨੂੰ ਸਿੱਖਿਆ ਦਿੱਤੀ, ਕਿਰਪਾ ਕਰੋ। ਹੁਣ ਉਹ ਸੰਸਕ੍ਰਿਤੀ ਪੜ੍ਹੇ ਹੋਏ ਵਿਦਵਾਨ ਸੀ, ਉਹਨਾਂ ਦੀ ਭਾਸ਼ਾ 'ਚ ਹੀ ਸਿੱਖਿਆ ਦੇਣੀ ਸੀ। ਫਿਰ ਮਹਾਰਾਜ ਕੋਲ ਪੁਨ ਸਤਿਗੁਰ ਢਿਗ ਬਿਨੈ ਉਚਾਰੀ। ਉਹਨਾਂ ਨੇ ਭਾਈ ਸਤਿਗੁਰੂ ਕੋਲ ਬੇਨਤੀ ਕੀਤੀ ਹੈ, ਹੇ ਸਤਿਗੁਰ ਦੇਵੋ ਉਪਦੇਸ਼। ਹੇ ਸਤਿਗੁਰੂ ਜੀ ਕਿਰਪਾ ਕਰੋ, ਸਾਨੂੰ ਉਪਦੇਸ਼ ਬਖਸ਼ੋ ਜੀ। ਜਿਸ ਤੇ ਮਿਟ ਹੈ ਸਕਲ ਕਲੇਸ਼। ਜਿਹਦੇ ਕਰਕੇ ਮਹਾਰਾਜ ਸਾਡੇ ਸਾਰੇ ਜਿਹੜੇ ਕਲੇਸ਼ ਹਨ ਉਹ ਮਿਟ ਜਾਣ। ਭਿਖ ਸ਼ਰਧਾ ਤਿਨ ਕੀ ਗਤ ਦਾਨੇ। ਉਹਨਾਂ ਦੀ ਸ਼ਰਧਾ ਵੇਖ ਕੇ ਫਿਰ ਮੁਕਤੀ ਦਾਤਾ ਸਤਿਗੁਰੂ ਜੀ ਨੇ ਸਹਿਸ ਕ੍ਰਿਤੀ ਸਾਲੋਕ ਬਖਾਨੇ। ਫਿਰ ਉਹ ਸ਼ਲੋਕ ਉਹ ਵੀ ਦੇਖੋ ਦਰਜ ਕੀਤੇ ਮਹਾਰਾਜ ਨੇ। ਫਿਰ ਆਪਣੇ ਕੋਲ ਮਹਾਰਾਜ ਨੇ ਸਹਿਸ ਕ੍ਰਿਤੀ ਸ਼ਲੋਕ ਜਿਹੜੇ ਆ ਵਿਖਿਆਨ ਕਰਕੇ ਭਾਵ ਉਚਾਰ ਕਰਕੇ ਇਹਨਾਂ ਨੂੰ ਉਪਦੇਸ਼ ਦਿੱਤਾ। ਪੁਨ ਗਾਥਾ ਗੁਰ ਦੀਨ ਸੁਨਾਏ। ਫਿਰ ਗਾਥਾ ਸੁਣਾਈ ਮਹਾਰਾਜ ਨੇ ਕਥਾ ਰੂਪ ਮਨੁੱਖੀ ਜੀਵਨ ਦੀ। ਇਹ ਮਹਾਰਾਜ ਨੇ ਇਹਨਾਂ ਨੂੰ ਗਾਥਾ ਰੂਪ ਦੇ ਵਿੱਚ ਸੁਣਾਈ ਹੈ। ਜਿਸ ਤੇ ਮਨ ਅਭਿਮਾਨ ਨਸਾਏ। ਜੋ ਬਾਣੀ ਸੁਣ ਕਰਕੇ ਜਿਹੜਾ ਮਨੁੱਖੀ ਜੀਵਨ ਅੰਦਰ ਅਭਿਮਾਨ ਪੈਦਾ ਹੋ ਜਾਂਦਾ ਮਨ ਵਿੱਚ, ਉਹ ਨਸ ਜਾਂਦਾ। ਇਹਨਾਂ ਦਾ ਵੀ ਨਸਿਆ ਹੈ। ਸੁਣ ਦ્વੈ ਭਰਾਤ ਬਹੁਤ ਹਰ ਖਾਏ। ਤੇ ਸੁਣ ਕਰਕੇ ਦੋਵੇਂ ਭਰਾ ਹਰੀ ਕ੍ਰਿਸ਼ਨ ਹਰੀ ਲਾਲ ਬਹੁਤ ਖੁਸ਼ ਹੋਏ ਹਨ। ਪੱਗ ਪਾਹੁਲ ਲੈ ਗੁਰਮੁਖ ਥਾਏ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨ ਪਹੁਲ ਲੈ ਕੇ ਵੀ ਭਾਈ ਗੁਰਮੁਖ ਬਣ ਗਏ। ਸੋ ਸਲੋਕ ਗੁਰੂ ਗ੍ਰੰਥ ਮਝਾਰੀ। ਫਿਰ ਉਹ ਜਿਹੜੇ ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹਨ। ਫੁਨਹਿ ਲਿਖਵਾਏ ਸੁਖਕਾਰੀ। ਫਿਰ ਭਾਈ ਸੁੱਖਾਂ ਨੂੰ ਕਰਨ ਵਾਲੇ ਸਤਿਗੁਰੂ ਨੇ ਫੁਨਹਿ ਨਾਮ ਦੇ ਸਰਲੇਖ ਹੇਠ ਉਹ ਸ਼ਲੋਕ ਬਾਣੀ ਵਿੱਚ ਲਿਖਵਾਏ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਜੋ ਭਾਈ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਹੈ, ਪੰਚਮ ਮਹੱਲੇ ਜੋ 5ਵੇਂ ਮਹੱਲੇ ਦੀ ਇਹ ਕਥਾ ਚੱਲ ਰਹੀ ਹੈ। ਕਾਨਾ ਆਦ ਭਗਤਨ ਪ੍ਰਸੰਗ ਵਰਣਨ। ਕਿ ਪਹਿਲਾਂ ਕਿਵੇਂ ਭਗਤ ਆਏ, ਫਿਰ ਇਹ ਦੇਖੋ ਸਹਿਸਕ੍ਰਿਤੀ ਸ਼ਲੋਕਾਂ ਦੀ ਇਹ ਕਥਾ ਜਿਹੜੀ ਹੈ ਉਹ ਵਰਣਨ ਕੀਤੀ ਹੈ। ਨਾਮ ਪੰਚ ਬਿੰਸਤ ਮੰਦਰੈ। ਪੰਚ ਤੇ ਬਿੰਸਤ 5 ਔਰ 20 ਭਾਵ 25ਵੇਂ ਘਰ ਦਾ ਇਹ ਪ੍ਰਸੰਗ ਹੈ। ਦੋਹਰਾ ਲਿਖੇ 4 ਬੋਲੇ ਸਤਿਗੁਰੂ ਸੋ ਬਰਨੋ ਪ੍ਰਸੰਗ।
ਫਿਰ ਮਹਾਰਾਜ ਨੇ ਦੇਖੋ ਫੁਨਹੇ ਲਿਖਵਾਏ। ਇਹ ਮਹਾਰਾਜ ਨੇ ਉਦੋਂ ਉਚਾਰਨ ਕੀਤੇ ਸੀ ਜਦੋਂ ਮਾਤਾ ਗੰਗਾ ਜੀ ਨੂੰ ਵਿਆਹੁਣ ਗਏ ਮੌਂ ਪਿੰਡ, ਤਾਂ ਉੱਥੇ ਫਿਰ ਹਰਾਂ ਜਿਹੜਾ ਉਪਦੇਸ਼ ਦਿੰਦੇ ਆ ਮਹਾਰਾਜ ਨੇ ਸਾਰੇ, ਤੇ ਇਹ ਉਸ ਸਮੇਂ ਉਪਦੇਸ਼ ਦਿੱਤਾ। ਇਸ ਉਪਰੰਤ ਚੌ ਬੋਲੇ, 4 ਜਾਣਿਆਂ ਨੂੰ ਬੋਲੇ ਹੋਏ ਬਚਨ, ਤੇ ਫਿਰ ਇਹਦੇ ਅਰਥ ਗੁਰਮੁਖ ਕਰਦੇ ਨੇ। ਚੌ ਬੋਲਿਆਂ ਦੇ ਚੌ ਨਾਲ ਚਾ ਦੇ ਬੋਲ ਲਿਖੇ, ਚੌ ਬੋਲੇ ਸਤਿਗੁਰੂ ਸੋ ਵਰਨੋ ਪ੍ਰਸੰਗ। 26ਵੇਂ ਘਰ ਵਿੱਚ ਹੁਣ ਸੰਤ ਰੇਣ ਜੀ ਕਹਿੰਦੇ ਭਾਈ ਜਿਹੜੇ ਚੌ ਬੋਲੇ ਉਹ ਸਤਿਗੁਰੂ ਪਾਤਸ਼ਾਹ ਨੇ ਲਿਖੇ, ਉਹਦਾ ਪ੍ਰਸੰਗ ਵਰਣਨ ਕਰਦੇ ਹਾਂ। ਸ੍ਰੀ ਅਰਜਨ ਜਬ ਗਏ ਥੇ ਲਵਪੁਰ ਚਾਚਾ ਸੰਗ, ਕਿ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜਦੋਂ ਲਾਹੌਰ ਆਪਣੇ ਚਾਚੇ ਦੇ ਨਾਲ ਸਤਿਗੁਰੂ ਜੀ ਗਏ ਸਨ, ਚੌਪਈ ਜੋਗਲ ਬਰਸ ਸਤਿਗੁਰ ਤਹਿ ਰਹੇ। ਇੱਥੇ ਮਹਾਰਾਜ ਜੁਗਲ 2 ਸਾਲ ਸਤਿਗੁਰੂ ਜੀ ਰਹੇ ਹਨ। ਸਭ ਸਿੱਖਨ ਪ੍ਰਸਾਦ ਸੋ ਕਹੇ, ਸਾਰੇ ਸਿੱਖਾਂ ਤੇ ਕਿਰਪਾ ਕੀਤੀ ਔਰ ਬਹੁਤ ਸਿੱਖ ਮਹਾਰਾਜ ਨੂੰ ਸੱਦ ਕੇ ਪ੍ਰਸ਼ਾਦਾ ਛਕਾਉਂਦੇ ਆ, ਪ੍ਰਸ਼ਾਦਾ ਛਕਣ ਲਈ ਕਹਿੰਦੇ ਹਨ। ਤਾਹਾਂ ਬਸੈ ਜੁਗ ਸਿੱਖ ਗਰੀਬਾ, ਉੱਥੇ ਭਾਈ 2 ਸਿੱਖ ਵਸਦੇ ਨੇ ਜਿਹੜੇ ਗਰੀਬ ਹਨ। ਜਿਨ ਕੀ ਸ਼ਰਧਾ ਅਤੀ ਅਜੀਬਾ, ਪਰ ਉਹਨਾਂ ਦੀ ਸ਼ਰਧਾ ਜਿਹੜੀ ਬਹੁਤ ਜ਼ਿਆਦੇ ਔਰ ਬੜੀ ਅਜੀਬ, ਭਾਵ ਬੜੀ ਹੀ ਅਚਰਜ ਔਰ ਬਹੁਤ ਜ਼ਿਆਦਾ ਮਹਾਰਾਜ ਤੇ ਸ਼ਰਧਾ ਹੈ। ਮੂਸਨ ਅਰ ਜਮਾਲ ਜੁਗ ਭਰਾਤਾ, ਇਹ ਭਾਈ ਮੂਸਨ ਤੇ ਜਮਾਲ ਇਹ 2 ਭਰਾ ਹਨ। ਵੈਸੇ ਇਹ ਮੂਸਨ ਤੇ ਸੰਮਨ ਹੈ, ਜਮਾਲ ਤੇ ਪਤੰਗ ਹੈ। ਇਹ ਭਰਾ ਤਾਂ ਹੈ ਨਹੀਂ, ਇਹਨਾਂ ਦਾ ਪ੍ਰਸੰਗ ਆਉਂਦਾ ਵੀ ਪਤੰਗ ਤੇ ਜਮਾਲ ਜਿਹੜੇ ਸੀ ਉਹ ਤਾਂ ਸੀਗੇ ਜਿਵੇਂ ਉਹ ਕਰਜ਼ਾ ਦਿੱਤਾ ਹੋਇਆ ਸੀ ਤੇ ਉਹ ਕੁਦਰਤੀ ਵਾਪਸ ਨਾ ਕਰੇ, ਤੇ ਉੱਥੇ ਫਿਰ ਜਿਹੜਾ ਜਮਾਲ ਔਰ ਪਤੰਗ ਦੀ ਕਥਾ ਆਉਂਦੀ ਹੈ, ਜਿਹੜੀ ਫਿਰ ਕੜਾਹੇ ਦੇ ਵਿੱਚ ਹੱਥ ਪਵਾਏ ਸੀ ਤੇ ਉਹ ਜਮਾਲ ਦਾ ਹੱਥ ਸੜ ਗਿਆ, ਪਤੰਗ ਦਾ ਬਚ ਗਿਆ ਸੀ, ਤੇ ਫਿਰ ਉਹ ਪੈਸੇ ਫੇਰ ਨਿਕਲੇ ਆਏ ਭਾਈ ਪਤੰਗ ਜੀ ਕੋਲੋਂ, ਤੇ ਉੱਥੇ ਫਿਰ ਜਮਾਲ ਨੇ ਜਿਹੜਾ ਮੁਕੱਦਮਾ ਤਾਂ ਹਾਰ ਗਿਆ। ਜਦੋਂ ਇਹ ਪੈਸੇ ਫੜਾਉਣ ਗਿਆ ਵੀ ਭਾਈ ਆ ਮੈਂ ਤਾਂ ਦੀਵਾਲੀ ਨੂੰ ਸਾਫ਼ ਸਫਾਈ ਕੀਤੀ ਸੀ ਤੇ ਆ ਤੇਰੀ ਮਾਇਆ ਜਿਹੜੀ ਇੰਨੀ ਕੁ ਇਹ ਮੈਂ ਭੁੱਲ ਗਿਆ ਉਦੋਂ ਲਿਖਣੀ, ਕਿ ਤੂੰ ਭਾਈ ਸੱਚਾ ਸੀ, ਆਪਦੀ ਮਾਇਆ ਲੈ ਲਾ। ਕਹਿੰਦਾ ਵੀ ਚਲੋ ਤਾਂ ਠੀਕ ਹੈ, ਪਰ ਇਹ ਹਾਲ ਕੀ ਹੋਇਆ? ਇਹ ਤਾਂ ਕਹਿੰਦਾ ਹੁਣ ਮਹਾਰਾਜ ਜਾਣਦੇ ਆ, ਗੁਰੂ ਅਰਜਨ ਦੇਵ ਪਾਤਸ਼ਾਹ। ਤੇ ਜਮਾਲ ਕਹਿੰਦਾ ਵੀ ਫਿਰ ਤੇਰਾ ਮਤਲਬ ਜਿਹੜਾ ਗੁਰੂ ਹੈ ਉਹ ਝੂਠੇ ਬੰਦਿਆਂ ਦੀ ਰੱਖਿਆ ਕਰਦਾ, ਮੈਂ ਸੱਚਾ ਸੀ, ਹੱਥ ਮੇਰਾ ਸੜ ਗਿਆ। ਇਹ ਤਾਂ ਭਾਈ ਪਤੰਗ ਜੀ ਕਹਿੰਦੇ ਮਹਾਰਾਜ ਦੱਸਣਗੇ, ਮੈਂ ਤਾਂ ਦੱਸ ਨਹੀਂ ਸਕਦਾ ਕਿਉਂ ਤੇਰਾ ਹੱਥ ਸੜਿਆ, ਮੇਰਾ ਕਿਉਂ ਬਚਿਆ। 5ਵੇਂ ਪਾਤਸ਼ਾਹ ਕੋਲੇ ਇਹਨਾਂ ਬੇਨਤੀ ਕੀਤੀ, ਮਹਾਰਾਜ ਇਹ ਆ ਕੀ ਚੱਕਰ ਹੈ? ਦੇਖੋ ਸੱਚੇ ਦਾ ਹੱਥ ਸੜਨਾ ਤੇ ਝੂਠੇ ਦਾ ਬਚ ਗਿਆ। ਮਹਾਰਾਜ ਕਹਿੰਦੇ ਭਾਈ ਇਹ ਝੂਠਾ ਨਹੀਂ ਸੀ, ਇਹ ਤਾਂ ਭੁੱਲ ਹੋਈ ਹੈ, ਇਹਨੇ ਕੋਈ ਜਾਣ ਬੁੱਝ ਕੇ ਨਹੀਂ ਤੇਰੇ ਪੈਸੇ ਦੱਬੇ ਸੀ, ਉਹ ਲਿਖਤ ਵਿੱਚ ਰਹਿ ਗਏ, ਇਸ ਕਰਕੇ ਆਪਦੀ ਜਗ੍ਹਾ ਸੱਚਾ ਹੀ ਸੀ, ਇਹਨੇ ਕੋਈ ਜਾਣ ਬੁੱਝ ਕੇ ਨਹੀਂ ਕੀਤਾ। ਫਿਰ ਮਹਾਰਾਜ ਮੈਂ ਵੀ ਸੱਚਾ ਸੀ, ਜੇ ਇਹਦਾ ਹੱਥ ਬਚਿਆ ਮੇਰਾ ਵੀ ਬਚ ਜਾਂਦਾ। ਮਹਾਰਾਜ ਕਹਿੰਦੇ ਤੇਰਾ ਕੋਈ ਗੁਰੂ ਪੀਰ ਹੈ ਨਹੀਂ ਸੀ, ਤੂੰ ਕਦੇ ਕਿਸੇ ਨੂੰ ਧਿਆ ਲਵੇਂ, ਕਦੇ ਕਿਸੇ ਨੂੰ ਯਾਦ ਫਲਾਣਿਆ ਪੀਰਾ ਹੈ ਫਕੀਰਾ, ਉਹ ਜਦੋਂ ਨੂੰ ਕੋਈ ਤਿਆਰ ਹੋਇਆ ਕਰੇ ਉਦੋਂ ਨੂੰ ਦੂਜੇ ਨੂੰ ਧਿਆਉਣ ਲੱਗ ਜਾਇਆ ਕਰਿਓ, ਕਹੇ ਚਲੋ ਹੁਣ ਉਹਨੂੰ ਧਿਆਉਂਦਾ ਰਹਿਣ ਦਿੰਦਾ ਮੈਂ ਤਾਂ। ਜਦੋਂ ਨੂੰ ਉਹ ਤਿਆਰੀ ਕਰੇ ਬਚਾਉਣ ਦੀ ਉਦੋਂ ਨੂੰ ਹੋਰ ਤੀਜਾ ਫੜ ਲਿਆ। ਹੁਣ ਤਾਂ ਅਸੀਂ ਦੁੱਖ ਕਿਉਂ ਭੋਗਦੇ ਹਾਂ? ਸਾਡਾ ਵੀ ਹਾਲ ਇਹੀ ਹੈ, ਕਦੇ ਮਹਾਰਾਜ ਕੋਲੇ ਅਰਦਾਸ, ਕਦੇ ਕਿਤੇ ਮੱਟੀ ਤੇ ਅਰਦਾਸ, ਕਦੇ ਕਿਤੇ ਕਬਰ ਤੇ ਅਰਦਾਸ, ਕਦੇ ਕਿਸੇ ਬਾਬ, ਉਹ ਸਹਾਈ ਕੋਈ ਵੀ ਨਹੀਂ ਹੁੰਦਾ। ਉਹ ਕਹਿੰਦੇ ਇਹਦਾ ਤਾਂ ਪਤਾ ਨਹੀਂ ਹੈ, ਇੱਕ ਜਣਾ ਤਿਆਰੀ ਕਰਦਾ ਹੈ ਉਦੋਂ ਨੂੰ ਦੂਜੇ ਨੂੰ ਇਹ। ਇਸ ਕਰਕੇ ਮਹਾਰਾਜ ਨੇ ਕਿਹਾ ਹਰੇਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਮਹਾਰਾਜ ਕੋਲੇ ਅਰਦਾਸ ਕਰ ਲਓ, ਸਾਰਾ ਕੁਝ ਹੈਗਾ ਇੱਥੇ। ਜੇ ਤਾਂ ਭਾਈ ਮਹਾਰਾਜ ਦੇ ਦਰ ਤੇ ਕਿਸੇ ਚੀਜ਼ ਦੀ ਘਾਟ ਹੋਵੇ ਫਿਰ ਤਾਂ ਆਪਾਂ ਨੂੰ ਭਾਈ ਦੌੜ ਕਰਨੀ ਪਵੇ।
ਵੀ ਹੁਣ ਹੱਲ ਤਾਂ ਇਹੀ ਹੈ ਨਾ, ਜੇ ਹੁਣ ਸਭ ਕੁਝ ਹੀ ਹੈਗਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਹੁਣ ਆਪਾਂ ਪੜ੍ਹੀ ਜਾਂਦੇ ਹਾਂ ਰੋਜ਼ ਕਿ ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਾਰ ਚਾਹੋ ਸੋ ਤੁਮ ਤੇ ਪਾਉ। ਇਹ ਕਿਰਪਾ ਹੋ ਜੇ। ਤੇ ਮੂਸਣ ਤੇ ਸੰਮਨ, ਇਹ ਭਾਈ ਹੁਣ ਕਈ ਆ ਜਗ੍ਹਾ ਤੇ ਉੱਤੇ ਜਿਹੜਾ ਹੈ ਸੰਮਣ ਦਾ ਪੁੱਤਰ ਮੂਸਣ ਲਿਖਿਆ ਜਾਂ ਮੂਸਣ ਦਾ ਪੁੱਤਰ ਸੰਮਣ ਲਿਖਤਾ। ਇੱਥੇ ਸੰਤਰੇਣ ਜੀ ਜਿਵੇਂ ਇਤਿਹਾਸ ਦੇ ਰਹੇ ਨੇ, ਸਰਵਣ ਕਰੀਏ ਵੀ 100 ਬੋਲੇ 4 ਜਣਿਆਂ ਨੂੰ ਇਹ ਉਪਦੇਸ਼ ਹੈ। ਮੂਸਣ ਅਰ ਜਮਾਲ ਜੁਗ ਭਰਾਤਾ, ਮੂਸਣ ਤੇ ਜਮਾਲ ਭਾਈ ਦੋਵੇਂ ਭਰਾ ਹਨ। ਸੰਮਨ ਪਤੰਗ ਜੁਗਨ ਕੇ ਤਾਤਾ, ਇਹ ਸੰਮਨ ਅਤੇ ਪਤੰਗ ਦੋਹਾਂ ਦੇ ਪੁੱਤਰ ਹਨ। ਕਰੈ ਮਜ਼ਦੂਰੀ ਜੋ ਕਛ ਪਾਵੇ, ਤੇ ਮਜ਼ਦੂਰੀ ਕਰਦੇ ਨੇ ਜੋ ਕੁਝ ਵੀ ਮਿਲਦਾ ਹੈ। ਤਾਂ ਮਹਿ ਨਿਜ ਨਿਰਵਾਹ ਕਰਾਵੇ, ਉਹਦੇ ਵਿੱਚ ਆਪਣਾ ਭਾਈ ਨਿਰਵਾਹ ਕਰਦੇ ਹਨ। ਤੈਨ ਕੋ ਭੀ ਭਾ ਚਾਓ ਕਨੇਰਾ, ਇਹਨਾਂ ਨੂੰ ਵੀ ਬਹੁਤ ਜ਼ਿਆਦਾ ਅੰਦਰ ਚਾਅ ਪੈਦਾ ਹੋਇਆ। ਭੋਜਨ ਕਰੀਏ ਸਤਿਗੁਰ ਕੇਰਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਪਾਂ ਸੱਦ ਕਰਕੇ ਭੋਜਨ ਪ੍ਰਸ਼ਾਦਾ ਕਰੀਏ, ਭਾਵ ਗੁਰੂ ਨੂੰ ਛਕਾਈਏ, ਸੰਗਤ ਆਵੇ। ਪਰ ਸੰਗਤ ਸੰਗ ਗੁਰ ਬਹੁ ਭਾਰੀ, ਫਿਰ ਸੋਚਦੇ ਨੇ ਕਿ ਮਹਾਰਾਜ ਦੇ ਨਾਲ ਸੰਗਤ ਬਹੁਤ ਜ਼ਿਆਦੇ ਹੈ। ਨਹੀਂ ਪਦਾਰਥ ਹਮੈ ਅਗਾਰੀ, ਸਾਡੇ ਕੋਲੇ ਹੁਣ ਮੂਹਰੇ ਬਹੁਤਾ ਪਦਾਰਥ ਨਹੀਂ ਹੈ। ਅਸ ਚਿੰਤਾ ਮਹਿ ਦਿਵਸ ਬਿਤਾਵੇ, ਇਸੇ ਹੀ ਚਿਤਵਨੀ ਦੇ ਵਿੱਚ ਇਹ ਆਪਣਾ ਦਿਨ ਬਤੀਤ ਕਰਦੇ। ਦਿਨ ਦਿਨ ਪ੍ਰੇਮ ਵਧੈ ਅਕੁਲਾਵੇ, ਤੇ ਦਿਨ ਦਿਨ ਬਹੁਤ ਪ੍ਰੇਮ ਵਧੀ ਜਾਂਦਾ। ਫਲਾਣੇ ਦੇ ਘਰ ਗਏ ਮਹਾਰਾਜ, ਉੱਥੇ ਛਕਾਇਆ ਸੰਗਤਾਂ ਨੇ ਪ੍ਰਸ਼ਾਦਾ, ਆਪਾਂ ਨਹੀਂ ਛਕਾ ਸਕੇ। ਬਾਰ ਬਾਰ ਇਹ ਗੱਲ ਉੱਠਦੀ ਹੈ, ਵਧੈ ਅਕਲਾਵੇ, ਵਿਆਕਲਤਾ ਵਧੀ ਜਾਂਦੀ ਹੈ। ਸਮੇਂ ਤਾਹੇ ਬਰਖਾ ਬਹੁ ਥਾਈ, ਉਸ ਸਮੇਂ ਉਹ ਸਮਾਂ ਆ ਗਿਆ ਜਦੋਂ ਬਹੁਤ ਬਰਖਾ ਹੋਈ। ਭੋਏ ਚਾਲ ਹੋਈ ਬਹੁ ਅਧਕਾਈ, ਭੋਏ ਚਾਲ ਹੋ ਗਈ, ਜਿਵੇਂ ਪੁਰਾਣੇ ਸਮੇਂ ਵਿੱਚ ਕਹਿੰਦੇ ਬੱਦਲ ਚਾਲ ਹੋ ਗਈ। ਬੱਦਲ ਹੌਲੀ ਹੌਲੀ ਅੱਗੇ ਤੁਰੀ ਜਾਣਾ, ਥੋੜਾ ਥੋੜਾ ਮੀਂਹ, ਕਦੇ ਭੁਰਾ ਤੇਜ਼, ਕਦੇ ਹੌਲੀ, ਕਦੇ 10 ਮਿੰਟ ਰੁਕ ਗਿਆ, ਕਦੇ ਫੇਰ ਪੈਣ ਲੱਗ ਗਿਆ। ਭੋਏ ਚਾਲ ਹੋ ਗਈ ਹੈ ਬਹੁਤ ਜ਼ਿਆਦੇ। ਇਸ ਤਰ੍ਹਾਂ ਵਰਖਾ ਹੋਣੀ ਸ਼ੁਰੂ ਹੋਈ। ਲਵਪੁਰ ਦੁਰਗ ਸ਼ਾਹੇ ਕੇ ਮਾਹੇ, ਤੋ ਲਾਹੌਰ ਦੇ ਵਿੱਚ ਜਿਹੜਾ ਸ਼ਾਹੀ ਕਿਲਾ ਹੈ ਉਸ ਦੇ ਵਿੱਚ ਦੀਰਗ ਬੁਰਜ ਕਲਸ ਭਗਨਾਹੇ, ਤੇ ਵੱਡੇ ਵੱਡੇ ਜਿਹੜੇ ਕਿਲੇ ਹਨ ਬੁਰਜ ਦੇ, ਉਹ ਕਿਲੇ ਦੇ ਬੁਰਜ ਬਣੇ ਹੋਏ ਆਲੇ ਦੁਆਲੇ, ਤੇ ਜਾਂ ਕਲਸ ਹੈ। ਕਹਿਣ ਦਾ ਭਾਵ ਹੈ ਵੀ ਸਾਰੇ ਹੀ ਸਲਾਬੇ ਹੋ ਗਏ। ਐਸਾ ਭਗਨਾਹੇ, ਕੁਝ ਬੁਰਜ ਤੇ ਕਲਸ ਵੀ ਮੀਂਹ ਕਰਕੇ ਟੁੱਟ ਗਏ। ਕੋਈ ਮਜ਼ਦੂਰ ਨਾ ਉੱਪਰ ਜਾਵੇ, ਕੋਈ ਮਜ਼ਦੂਰ ਵੀ ਉੱਪਰ ਉਹ ਕੰਮ ਕਰਨ ਵਾਸਤੇ ਨਹੀਂ ਜਾਂਦਾ। ਪ੍ਰਾਨ ਅੰਤ ਕਾ ਭੈ ਮਨ ਭਾਵੇ, ਕਿਉਂਕਿ ਮਨ ਵਿੱਚ ਭੈ ਹੈ ਕਿਤੇ ਉੱਤੋਂ ਡਿੱਗ ਕੇ ਮਾਰੀ ਨਾ ਜਾਈਏ। ਪ੍ਰਾਣਾਂ ਦੇ ਅੰਤ ਹੋਣ ਦਾ ਮਨ ਵਿੱਚ ਭੈ ਪਾਉਂਦੇ ਹਨ। ਮੋਹਰ ਦਿਹਾੜੀ ਨ੍ਰਿਪ ਨੇ ਕਹੀ, ਵੱਡਾ ਉਹ ਸ਼ਾਹੂਕਾਰ ਸੀ ਤਾਂ ਉਹਨੇ ਇੱਕ ਮੋਹਰ ਕਿਹਾ ਵੀ ਦਿਹਾੜੀ ਦੀ ਤੁਹਾਨੂੰ ਦੇਵਾਂਗੇ। ਤਉ ਭੀ ਕੇ ਨਾ ਭੈ ਤੇ ਲਹੀ, ਫਿਰ ਵੀ ਡਰਦੇ ਹੋਇਆ ਨੇ ਕਿਸੇ ਨੇ ਵੀ ਮੋਹਰ ਦੇ ਉੱਤੇ ਵੀ ਦਿਹਾੜੀ ਨਹੀਂ ਲਾਈ ਹੈ। ਸੁਨ ਸੰਮਨ ਮਾਨੇ ਐਸ ਵਿਚਾਰੀ, ਤਾਂ ਸੰਮਣ ਨੇ ਸੁਣ ਕੇ ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰਿਆ। ਜਾਏ ਕਰੈ ਹਮ ਬੁਰਜਹਿ ਕਾਰੀ, ਕਿ ਜਾ ਕੇ ਆਪਾਂ ਉਸ ਬੁਰਜ ਦਾ ਕੰਮ ਕਰੀਏ, ਆਪਾਂ ਦਿਹਾੜੀ ਲਾ ਲੈਂਦੇ ਹਾਂ। ਲਹਿ ਮੋਹਰ ਪ੍ਰਸ਼ਾਦ ਕਰਾਵੇ, ਆਪਾਂ ਨੂੰ ਮੋਹਰ ਮਿਲ ਜੂ ਦਿਹਾੜੀ ਦੀ, ਜਿਹਨੂੰ ਵੇਚ ਕੇ ਪ੍ਰਸ਼ਾਦ ਕਰਾ ਦਿਆਂਗੇ। ਰਾਜੇ ਨੇ ਜਿਹੜਾ ਹੈ ਮੋਹਰ ਦੇਣੀ ਹੈ,
ਆਪਾਂ ਵੇਚ ਦਿਆਂਗੇ, ਸੋਨੇ ਦੀ ਮੋਹਰ ਮਿਲਣੀ ਹੈ, ਬਹੁਤਾ ਚੋਖਾ ਧਨ ਮਿਲ ਜੂ ਤੇ ਉਹਦੇ ਬਦਲੇ ਨਾਲ ਫਿਰ ਆਪਾਂ ਅੰਨ ਪਾਣੀ ਤਿਆਰ ਕਰ ਲਵਾਂਗੇ। ਇਸ ਤਰ੍ਹਾਂ ਲਹੈ ਮੋਹਰ ਪ੍ਰਸ਼ਾਦ ਕਰਾਵੇ ਕਿ ਮੋਹਰ ਮਿਲ ਜੂ, ਪ੍ਰਸ਼ਾਦ ਅੰਨ ਪਾਣੀ ਤਿਆਰ ਕਰਾਵਾਂਗੇ। ਸਤਿਗੁਰ ਚਰਨ ਅਗਾਰ ਪਵਾਵੇ, ਤੇ ਸਤਿਗੁਰੂ ਦੇ ਪਹਿਲਾਂ ਚਰਨ ਪਵਾਵਾਂਗੇ। ਜੇ ਗਿਰ ਕਰ ਮੈਂ ਮ੍ਰਿਤ ਕੋ ਪਾਉ, ਤੇ ਨਾਲ ਸੋਚ ਲਿਆ ਜੇ ਮਰ ਕੇ ਥੱਲੇ, ਭਾਵ ਡਿੱਗ ਕੇ ਮਰ ਵੀ ਗਏ, ਜੇ ਗਿਰ ਕਰ ਮੈਂ, ਜੇ ਡਿੱਗ ਕੇ ਮੈਂ ਮੌਤ ਨੂੰ ਵੀ ਪਾ ਲਿਆ, ਤੋ ਵੀ ਆਪਣਾ ਭਲਾ ਲਖਾਉ, ਫਿਰ ਵੀ ਆਪਦਾ ਭਲਾ ਹੀ ਜਾਣੂਗਾ ਵੀ ਚਲੋ ਠੀਕ ਹੈ, ਜੋ ਰੱਬ ਦਾ ਹੁਕਮ ਹੈ, ਗੁਰੂ ਦੀ ਰਜ਼ਾ ਹੈ। ਅਸ ਵਿਚਾਰ ਕਰ ਤਾਹਾਂ ਸਿਧਾਇਓ, ਇਸ ਤਰ੍ਹਾਂ ਦੀ ਵਿਚਾਰ ਕਰਕੇ ਚਲਿਆ ਗਿਆ ਸੰਮਣ। ਦਾਰੋਗੇ ਸੰਗ ਭਾਖ ਸੁਨਾਇਓ, ਤੇ ਉੱਥੋਂ ਦੇ ਰਾਜੇ ਦੇ ਜਿਹੜਾ ਸੂਬਾ ਉਹਦੇ ਦਰੋਗੇ ਨੂੰ ਇਸ ਤਰ੍ਹਾਂ ਕਹਿੰਦਾ ਹੈ, ਬੁਰਜ ਚੜ੍ਹੈ ਹਮ ਕਰੈ ਮਜ਼ਦੂਰੀ, ਕਹਿੰਦਾ ਇਸ ਬੁਰਜ ਤੇ ਚੜ੍ਹ ਕੇ ਮੈਂ ਦਿਹਾੜੀ ਲਾਉਂ, ਮਜ਼ਦੂਰੀ ਕੰਮ ਕਰਾਂਗਾ, ਪਰ ਇੱਕ ਅਰਜੀ ਸੁਣੋ ਜ਼ਰੂਰੀ, ਪਰ ਇਹ ਹੈ ਵੀ ਮੇਰੀ ਇੱਕ ਜ਼ਰੂਰ ਬੇਨਤੀ ਸੁਣ ਲਓ। ਪ੍ਰਿਥਮੈ ਹਮੈ ਅਸ਼ਰਫੀ ਦੀਜੈ, ਜਿਹੜੀ ਮੋਹਰ ਆ ਉਹ ਮੈਨੂੰ ਪਹਿਲਾਂ ਦੇ ਦਿਓ, ਇਹ ਮੇਰੀ ਸ਼ਰਤ ਹੈ। ਪਾਛੈ ਕਾਰ ਹਮਨ ਤੇ ਲੀਜੈ, ਉਦੋਂ ਬਾਅਦ ਮੇਰੇ ਤੋਂ ਤੁਸੀਂ ਕੰਮ ਲੈ ਲਿਓ। ਸੁਣਦਾ ਰੋਗੇ ਦੀਨ ਸਮੋਹਰ, ਤਾਂ ਭਾਈ ਦਰੋਗੇ ਨੇ ਸੁਣ ਕਰਕੇ ਇੱਕ ਮੋਹਰ ਇਸ ਨੂੰ ਦੇ ਦਿੱਤੀ। ਸੰਮਨ ਲਿਆਇਓ ਘਰ ਕੀ ਓਰ, ਤੇ ਸੰਮਣ ਘਰ ਦੇ ਵੱਲ ਨੂੰ ਲੈ ਆਇਆ ਹੈ। ਦੀਨ ਪਿਤਾ ਚਾਚੇ ਕੇ ਹਾਥ, ਇਹਨੇ ਬਾਪ ਚਾਚੇ ਦੇ ਹੱਥ ਵਿੱਚ ਉਹ ਮੋਹਰ ਦੇ ਦਿੱਤੀ। ਪੁਨਹ ਸੁਨਾਈ ਸਗਰੀ ਗਾਥ, ਫਿਰ ਸਾਰੀ ਗੱਲ ਜਿਹੜੀ ਕਥਾ ਦੱਸ ਦਿੱਤੀ ਹੈ। ਭੇ ਪ੍ਰਸੰਨ ਸਭ ਮਨ ਕੇ ਮਾਹੇ, ਹੁਣ ਸਾਰੇ ਮਨ ਦੇ ਵਿੱਚ ਪ੍ਰਸੰਨ ਹੋਏ ਹਨ। ਸਤਿਗੁਰ ਕਾ ਪ੍ਰਸਾਦ ਕਹਿ ਆਹੇ, ਇਹ ਹੁਣ ਭਾਈ ਉਹ ਸਤਿਗੁਰੂ ਨੂੰ ਪ੍ਰਸਾਦ ਕਰਾਂਗੇ। ਏਕ ਕਹਿ ਮੈਂ ਤਹ ਚੱਲ ਜਾਉ, ਇੱਕ ਕਹਿੰਦਾ ਮੈਂ ਉੱਥੇ ਚਲਿਆ ਜਾਂਦਾ ਹਾਂ। ਚੜੋਂ ਬੁਰਜ ਪਰ ਕਾਰ ਕਰਾਉ, ਮੈਂ ਜਾ ਕੇ ਉਸ ਬੁਰਜ ਤੇ ਚੜ ਕੇ ਕੰਮ ਕਰ ਦੇਵਾਂਗਾ। ਦੂਸਰ ਕਹਿ ਜਾਉ ਮੈਂ ਆਪ, ਦੂਜਾ ਕਹਿੰਦਾ ਵੀ ਨਹੀਂ ਮੈਂ ਆਪ ਜਾਵਾਂਗਾ। ਦੇਉ ਸਰੀਰ ਗੁਰੂ ਹਿਤ ਖਾਪ, ਮੈਂ ਗੁਰੂ ਦੇ ਵਾਸਤੇ ਆਪਣਾ ਸਰੀਰ ਜਿਹੜਾ ਹੈ ਦੇ ਦੇਵਾਂਗਾ। ਸਭ ਕੋ ਬੁਰਜ ਸੰਮਨ ਤਹਿ ਗਏ, ਸਭ ਕੋ ਬਰਜ ਸੰਮਨ ਤਹਿ ਗਇਓ, ਤਾਂ ਸਾਰਿਆਂ ਨੂੰ ਰੋਕ ਕੇ ਸੰਮਣ ਆਪ ਚਲਿਆ ਗਿਆ ਹੈ। ਉਰਦ ਬੁਰਜ ਪਰ ਚੜ੍ਹ ਤੋ ਭਇਓ, ਜੋ ਉੱਚਾ ਬੁਰਜ ਹੈ ਉਹਦੇ ਤੇ ਕੰਮ ਕਰਨ ਵਾਸਤੇ ਚੜਿਆ ਹੈ। ਇਤ ਮੂਸਨ ਸੰਗ ਲੈ ਕਰ ਭਾਈ, ਇੱਧਰ ਭਾਈ ਜਿਹੜਾ ਮੂਸਨ ਹੈ ਆਪਣੇ ਭਰਾ ਨੂੰ ਲੈ ਕੇ ਗੁਰੂ ਦੇਗ ਹਿਤ ਸੌਜ ਲਿਆਈ, ਗੁਰੂ ਮਹਾਰਾਜ ਦੇ ਵਾਸਤੇ ਲੰਗਰ ਲਈ ਜੋ ਸੌਜ ਸਮੱਗਰੀ ਲਿਆਂਦੀ। ਕਰ ਤਿਆਰੀ ਸਭ ਭਲੀ ਪ੍ਰਕਾਰੀ, ਭਲੀ ਪ੍ਰਕਾਰ ਸਾਰੀ ਤਿਆਰੀ ਕੀਤੀ ਹੈ। ਹਰਖੈ ਆਵੇ ਗੁਰੂ ਅਗਾਰੀ, ਖੁਸ਼ ਹੈ ਕਿ ਗੁਰੂ ਸਾਹਿਬ ਜੀ ਹੁਣ ਆਉਣਗੇ। ਉਤ ਜਬ ਸੰਮਨ ਬੁਰਜ ਚੜਾਇਓ, ਉਧਰ ਜਦੋਂ ਸੰਮਣ ਕੰਮ ਕਰਨ ਲਈ ਬੁਰਜ ਦੇ ਉੱਤੇ ਚੜਿਆ ਹੈ। ਕਲਸ ਦਰਾਰ ਹੋਤੋ ਅਧਕਾਇਓ, ਉਹ ਜਿਹੜਾ ਕਲਸ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਵੱਡੀ ਦਰਾਰ ਸੀ। ਖਨਨੀ ਜਵੈ ਪ੍ਰਹਾਰਨ ਕੀਨ, ਜਦੋਂ ਇਹਨੇ ਉੱਥੇ ਭਾਈ ਕਹੀ ਚਲਾਉਣੀ ਸ਼ੁਰੂ ਕੀਤੀ। ਗਿਰੀ ਈਟ ਸੰਗ ਸੰਮਨ ਜ਼ਮੀਨ, ਇੱਟਾਂ ਸਮੇਤ ਸੰਮਣ ਧਰਤੀ ਤੇ ਡਿੱਗ ਪਿਆ ਹੈ। ਫੁੱਟੀ ਕਮਰ ਰੁਦਰ ਨਿਕਸਾਈ, ਇਹਦੀ ਕਮਰ ਟੁੱਟ ਗਈ ਹੈ ਤੇ ਰੁਦਰ ਕਹੀਏ ਭਾਈ ਖੂਨ ਜਿਹੜਾ ਉਹ ਨਿਕਲ ਗਿਆ ਹੈ।
ਕਿਤਕ ਦੇਰ ਲਗ ਮੂਰਛਾ ਪਾਈ। ਕੁਝ ਸਮੇਂ ਵਿੱਚ ਹੀ ਇਹਨੂੰ ਮੂਰਛਾ ਆ ਗਈ ਹੈ। ਸੁਧ ਆਈ ਮੁਖ ਗੁਰੂ ਚਾਰਾ। ਤੇ ਜਦੋਂ ਹੋਸ਼ ਜੀ ਆਈ ਗੁਰੂ ਸਾਹਿਬ ਨੂੰ ਯਾਦ ਕੀਤਾ। ਦਾਰੋਗੇ ਕੀਏ ਅਸ ਉਪਚਾਰਾ। ਤਾਂ ਦਰੋਗੇ ਨੇ ਫਿਰ ਐਸਾ ਉਪਚਾਰ ਜਿਹੜਾ ਹੈ ਇਲਾਜ ਕੀਤਾ। ਖਟ ਪਰ ਪਾਏ ਗ੍ਰਹਿ ਪਹੁੰਚਾਇਓ। ਮੰਜੀ ਤੇ ਪਾ ਕੇ ਇਹਨੂੰ ਘਰ ਪਹੁੰਚਦਾ ਕਰ ਦਿੱਤਾ। ਭਿਖ ਚਾਚਾ ਪਿਤ ਸ਼ੁਕਰ ਮਨਾਇਓ। ਇਹਦੇ ਭਾਈ ਪਿਓ ਚਾਚੇ ਨੇ ਵੇਖ ਕੇ ਸ਼ੁਕਰ ਮਨਾਇਆ ਹੈ। ਲੇ ਖਟ ਅੰਤਰ ਦੀਨ ਡਸਾਏ। ਤੇ ਉਹ ਜਿਹੜਾ ਇਹਦੀ ਮੰਜੀ ਜੀ ਸੀ ਅੰਦਰ ਲਿਜਾ ਕੇ ਢਾਹ ਦਿੱਤੀ। ਕੀਨੀ ਸੇਵ ਜਥਾ ਮਤ ਆਏ। ਫਿਰ ਜਿਸ ਤਰ੍ਹਾਂ ਦੀ ਭਾਈ ਮਤ ਆਈ ਉਹ ਜੀ ਸੇਵਾ ਕੀਤੀ। ਭਈ ਪ੍ਰਾਤ ਉੱਠ ਕਰ ਇਸ਼ਨਾਨੇ। ਸਵੇਰ ਹੋਈ ਇਹ ਸਭ ਉੱਠੇ ਹਨ, ਇਸ਼ਨਾਨ ਕੀਤਾ। ਗੁਰਬਾਣੀ ਮੁਖ ਗੁਰ ਪਗ ਧਿਆਨੇ। ਮੁਖੋਂ ਗੁਰਬਾਣੀ ਪੜ੍ਹੀ, ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਧਰਿਆ ਹੈ। ਕਰੈ ਪ੍ਰਸਾਦ ਤਿਆਰ ਮਨ ਲਾਏ। ਫਿਰ ਮਨ ਲਾ ਕੇ ਪ੍ਰਸਾਦ ਤਿਆਰ ਕੀਤਾ। ਬਹੁ ਵਿੰਜਨ ਮਿਸ਼ਟਾਨ ਬਣਾਏ। ਬਹੁਤ ਤਰ੍ਹਾਂ ਦੇ ਭਾਈ ਮਿੱਠੇ ਭੋਜਨ ਬਣਾਏ ਹਨ। ਗੁਰੂ ਲਿਆਨ ਕਾਲ ਭਾ ਜਾਵੈ। ਜਦੋਂ ਸਤਿਗੁਰੂ ਜੀ ਨੂੰ ਲਿਆਉਣ ਦਾ ਸਮਾਂ ਹੋਇਆ। ਸੰਮਨ ਪ੍ਰਾਨ ਤਿਆਗ ਦੇ ਤਵੈ। ਤਾਂ ਸੰਮਨ ਨੇ ਉਸ ਸਮੇਂ ਪ੍ਰਾਣ ਤਿਆਗ ਦਿੱਤੇ। ਸਭ ਨੇ ਭਾਣਾ ਮਿੱਠਾ ਮਾਨਾ। ਸਾਰਿਆਂ ਨੇ ਮੰਨਿਆ ਪਰਮੇਸ਼ਰ ਦਾ ਜੋ ਭਾਣਾ ਹੈ ਉਹ ਮਿੱਠਾ ਹੈ। ਪੁਨਹ ਗੁਰਮਤਾ ਐਸ ਠਰਾਨਾ। ਫਿਰ ਬਾਕੀਓਂ ਇਸ ਤਰ੍ਹਾਂ ਸਲਾਹ ਮਸ਼ਵਰਾ ਕੀਤਾ। ਜੇ ਅਬ ਕਿਸ ਕੋ ਖਬਰ ਹੋ ਜਾਵੇ। ਜੇ ਹੁਣ ਇਸ ਗੱਲ ਦਾ ਕਿਸੇ ਨੂੰ ਪਤਾ ਲੱਗ ਗਿਆ, ਖਬਰ ਹੋ ਗਈ। ਤੋ ਗੁਰਹਿਤ ਪ੍ਰਸਾਦ ਨਹਿ ਆਵੇ। ਤਾਂ ਗੁਰੂ ਸਾਹਿਬ ਨੇ ਪ੍ਰਸਾਦ ਛਕਣ ਨਹੀਂ ਆਉਣਾ ਕਿ ਤੁਹਾਡੇ ਘਰ ਮੌਤ ਹੋ ਗਈ। ਭਾਈ ਇਹ ਚੰਗਾ ਹੀ ਨਹੀਂ ਲੱਗਦਾ ਸੰਗਤਾਂ ਆਪਾਂ ਇੱਥੇ ਖੁਸ਼ੀ ਨਾਲ ਪ੍ਰਸਾਦੇ ਛਕੀਏ। ਤਾਂ ਤੇ ਕੋਸ਼ਟ ਦਰ ਬੰਦ ਕੀਜੈ। ਤਾਂ ਤੇ ਫਿਰ ਇਉਂ ਕਰੀਏ ਵੀ ਕੋਠੇ ਦੇ ਜਿਹੜੇ ਦਰਵਾਜ਼ੇ ਉਹ ਬੰਦ ਕਰ ਦਈਏ। ਇਸ ਕਾ ਭੇਦ ਕਿਸੂ ਨਹਿ ਦੀਜੈ। ਇਸ ਗੱਲ ਦਾ ਆਪਾਂ ਕਿਸੇ ਨੂੰ ਭੇਦ ਨਾ ਦਸੀਏ। ਗੁਰੂ ਬੁਲਾਵੇ ਦੇਰ ਨਾ ਲਾਵੇ। ਆਪਾਂ ਦੇਰ ਨਾ ਲਾਈਏ, ਗੁਰੂ ਸਾਹਿਬ ਨੂੰ ਸੱਦ ਲਈਏ। ਜੁਤ ਸੰਗਤ ਪ੍ਰਸਾਦ ਅਚਾਵੇ। ਤੇ ਸੰਗਤਾਂ ਸਮੇਤ ਆਪਾਂ ਪਹਿਲਾਂ ਪ੍ਰਸ਼ਾਦਾ ਛਕਾਈਏ। ਪਾਛੈ ਕਰੈ ਦਾਹ ਇਸ ਕੇਰਾ। ਇਹਦਾ ਸੰਸਕਾਰ ਆਪਾਂ ਬਾਅਦ ਵਿੱਚ ਕਰ ਦੇਵਾਂਗੇ। ਵਾਹਿਗੁਰੂ ਮਿੱਠ ਭਾਣਾ ਤੇਰਾ। ਹੇ ਵਾਹਿਗੁਰੂ, ਇਹੀ ਤੇਰਾ ਭਾਣਾ ਜੋ ਸਾਨੂੰ ਮਿੱਠਾ ਲੱਗਦਾ ਹੈ। ਅਸ ਗੁਰਮਤਾ ਕੀਨ ਮਿਲ ਜਬੈ। ਇਸ ਤਰ੍ਹਾਂ ਜਦੋਂ ਇਹਨਾਂ ਮਿਲ ਕੇ ਗੁਰਮਤਾ ਕੀਤਾ। ਆਇਓ ਮੂਸਨ ਗੁਰ ਢਿਗ ਤਬੈ। ਤੇ ਮੂਸਨ ਸਤਿਗੁਰੂ ਜੀ ਦੇ ਕੋਲ ਆਇਆ ਹੈ ਚੱਲ ਕਰਕੇ। ਹਾਥ ਜੋੜ ਕਰ ਅਰਜ ਗੁਜਾਰੀ। ਹੱਥ ਜੋੜ ਕਰਕੇ ਬੇਨਤੀ ਕੀਤੀ ਹੈ। ਹੇ ਸਤਿਗੁਰੂ ਤਿਆਰ ਆਹਾਰੀ। ਹੇ ਮਹਾਰਾਜ ਜੀ, ਪ੍ਰਸ਼ਾਦਾ ਭੋਜਨ ਤਿਆਰ ਹੈ। ਕਿਰਪਾ ਕਰੋ ਨਿਜ ਦਾਸਨ ਸੁਆਮੀ। ਆਪਣੇ ਸੇਵਕਾਂ ਤੇ ਮਾਲਕ ਜੀ ਕਿਰਪਾ ਕਰੋ। ਸੰਗਤ ਜੁਤ ਚੱਲੀਏ ਸਿੱਖ ਧਾਮੀ। ਮਹਾਰਾਜ ਸੰਗਤਾਂ ਸਿੱਖਾਂ ਸਮੇਤ ਘਰ ਚੱਲੋ। ਜਾਣੀ ਜਾਣ ਸਿੱਖਨ ਸੁਖ ਦਾਏ। ਜੋ ਭਾਈ ਸਿੱਖਾਂ ਨੂੰ ਸੁਖ ਦੇਣ ਵਾਲੇ ਜਾਣੀ ਜਾਣ ਗੁਰੂ ਅਰਜਨ ਦੇਵ ਜੀ। ਸੰਗਤ ਜੁਤ ਉੱਠ ਕਰ ਤਬ ਆਏ। ਸੰਗਤਾਂ ਸਮੇਤ ਉੱਠ ਕਰਕੇ ਆ ਗਏ ਇਹਨਾਂ ਦੇ ਘਰ। ਪਹੁੰਚੇ ਮੂਸਨ ਘਰ ਸੁਖ ਧਾਮ। ਤੇ ਮੂਸਨ ਦੇ ਘਰ ਸੁੱਖਾਂ ਦੇ ਧਾਮ ਸਤਿਗੁਰੂ ਪਹੁੰਚੇ ਹਨ। ਜਮਾਲ ਪਤੰਗ ਕੀਨ ਪ੍ਰਣਾਮ।
ਭਾਈ ਜਮਾਲ ਤੇ ਪਤੰਗ ਨੇ ਵੀ ਸਤਿਗੁਰਾਂ ਨੂੰ ਪ੍ਰਣਾਮ ਕੀਤੀ। ਬੈਠਾ ਰੇ ਗੁਰ ਪੰਗਤ ਲਾਈ। ਸਤਿਗੁਰੂ ਜੀ ਨੇ ਸਾਰਿਆਂ ਨੂੰ ਪੰਗਤਾਂ ਲਵਾਤੀਆਂ, ਬਿਠਾ ਦਿੱਤਾ ਹੈ। ਪੁੱਛੈ ਤਿਨ ਤੇ ਗੁਰ ਸੁਖਦਾਈ। ਸੁੱਖਾਂ ਦੇ ਦਾਤੇ ਸਤਿਗੁਰੂ ਫਿਰ ਇਹਨਾਂ ਤੋਂ ਪੁੱਛਦੇ ਹਨ, ਕਹਾਂ ਗਇਓ ਸੰਮਨ ਇਸ ਬੇਰਾ। ਭਾਈ ਇਸ ਵੇਲੇ ਸੰਮਣ ਕਿੱਥੇ ਚਲਿਆ ਗਿਆ ਹੈ? ਪ੍ਰੇਮੀ ਹਮਰੋ ਜੋ ਕਨੇਰਾ, ਜਿਹੜਾ ਬਈ ਸਾਡਾ ਬਹੁਤ ਵੱਡਾ ਪ੍ਰੇਮੀ ਹੈ। ਠਟ ਕੇ ਸਿੱਖ ਨ ਬੋਲਣ ਆਇਓ। ਜਿਹੜੇ ਸਿੱਖ ਸੀ ਇਹ ਠਠੰਬਰ ਗਏ, ਮੁਖੋਂ ਆਵਾਜ਼ ਨਹੀਂ ਨਿਕਲੀ ਹੈ। ਪੁਨ ਸਤਿਗੁਰ ਕਹਿ ਕਹਾਂ ਸਿਧਾਇਓ। ਫੇਰ ਮਹਾਰਾਜ ਪੁੱਛਦੇ, ਭਾਈ ਦੱਸੋ ਕਿੱਥੇ ਗਿਆ ਹੈ? ਥਾਮ ਹਿਰਦਾ ਤਬ ਮੂਸਨ ਪ੍ਰਾਈ। ਤਾਂ ਹਿਰਦਾ ਥੰਮ ਕੇ ਤਬ ਭਾਈ ਮਾਈ ਜਿਹੜਾ ਮੂਸਣ ਕਹਿਣ ਲੱਗਿਆ, ਅੰਤਰ ਜਾਮੀ ਗੁਰ ਸੁਖਦਾਈ। ਹੇ ਸੁੱਖਾਂ ਦੇ ਦਾਤੇ ਗੁਰੂ ਪਾਤਸ਼ਾਹ ਅੰਤਰਜਾਮੀ ਸਤਿਗੁਰੂ, ਹਮ ਸੇ ਕਹਾ ਕਛੂ ਨਹਿ ਜਾਵੇ। ਮਹਾਰਾਜ ਸਾਤੋਂ ਕੁਝ ਦੱਸਿਆ ਨਹੀਂ ਜਾਂਦਾ ਹੈ। ਕਹੇ ਰਾਵ ਰੇ ਤਤ ਛਿਨ ਆਵੇ। ਹਾਂ ਤੁਸੀਂ ਕਹਿ ਦੇਵੋਗੇ ਤਾਂ ਉਹ ਤੁਰੰਤ ਆ ਜਾਵੇਗਾ। ਸ੍ਰੀ ਸਤਿਗੁਰ ਸੁਨ ਦੀਨ ਹਕਾਰਾ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੁਣ ਕੇ ਆਵਾਜ਼ ਮਾਰੀ ਹੈ, ਆਵੋ ਸੰਮਨ ਸਿੱਖ ਪਿਆਰਾ। ਉਹ ਆ ਭਾਈ ਸੰਮਣਾ ਸਾਡੇ ਪਿਆਰੇ ਗੁਰ ਸਿੱਖਾ, ਬਾਕ ਹੋਤ ਸੰਮਨ ਚੱਲ ਆਇਓ। ਇਹਨਾਂ ਬਚਨ ਕਹਿਣ ਦੀ ਦੇਰ ਸੀ, ਸੰਮਣ ਚੱਲ ਕੇ ਬਾਹਰ ਆ ਗਿਆ। ਮਾਨੋ ਸੋਇਓ ਲੀਨ ਜਗਾਇਓ। ਮਾਨੋ ਜਿਵੇਂ ਕਿਸੇ ਨੇ ਸੁੱਤੇ ਹੋਏ ਨੂੰ ਜਗਾਇਆ ਹੋਵੇ। ਧਾਏ ਗੁਰੂ ਚਰਨਨ ਲਪਟਾਇਓ। ਭੱਜ ਕੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਚਰਨਾਂ ਨਾਲ ਲਿਪਟਿਆ ਹੈ। ਗੁਰ ਉਠਾਏ ਨਿਜ ਛਾਤੀ ਲਾਇਓ। ਸਤਿਗੁਰੂ ਨੇ ਉਠਾ ਕੇ ਆਪਣੀ ਛਾਤੀ ਨਾਲ ਲਾਇਆ। ਕਹਿਤ ਭਏ ਧਨ ਸਿੱਖ ਮਨ ਧੀਰਾ। ਮਹਾਰਾਜ ਕਹਿਣ ਲੱਗੇ, ਧੰਨ ਹੈ ਮੇਰਾ ਸਿੱਖ ਮਨ ਦਾ ਵੱਡਾ ਧੀਰਜਵਾਨ। ਗੁਰ ਪ੍ਰਸਾਦ ਹਿਤ ਅਰਪ ਸਰੀਰਾ। ਜਿਹਨੇ ਗੁਰੂ ਨਿਮਿਤ ਪ੍ਰਸ਼ਾਦ ਕਰਨ ਦੇ ਵਾਸਤੇ ਆਪਣਾ ਸਰੀਰ ਹੀ ਅਰਪਣ ਕਰ ਦਿੱਤਾ। ਰਹਿ ਨਾਮ ਤੁਮਰੋ ਜਗ ਮਾਹੀ। ਤੇਰਾ ਜਿਹੜਾ ਨਾਮ ਹੈ ਜਗਤ ਦੇ ਵਿੱਚ ਰਹੂਗਾ। ਸੰਮਨ ਬੁਰਜ ਬਿਦਤ ਇਹ ਥਾਹੇ। ਇਹ ਜਿਹੜੀ ਜਗ੍ਹਾ ਹੈ ਹੁਣ ਤੋਂ ਸੰਮਣ ਬੁਰਜ ਦੇ ਨਾਲ ਮਹਾਰਾਜ ਕਹਿੰਦੇ ਮਸ਼ਹੂਰ ਹੋਵੇਗੀ। ਹੋਇ ਪ੍ਰਸੰਨ ਸਿੱਖ ਪੱਗ ਲਪਟਾਏ। ਇਉਂ ਪ੍ਰਸੰਨ ਹੋ ਕੇ ਸਿੱਖ ਸਤਿਗੁਰੂ ਦੇ ਚਰਨਾਂ ਨੂੰ ਲਿਪਟੇ ਹਨ। ਮ੍ਰਿਤਕ ਹੁਤੋ ਗੁਰ ਦੀਨ ਜਿਵਾਏ। ਇਹ ਦੇਖੋ ਮਰੇ ਹੋਏ ਨੂੰ ਸਤਿਗੁਰੂ ਜੀ ਨੇ ਜਿਉਂਦਾ ਕਰ ਦਿੱਤਾ ਹੈ। ਪਿਖ ਸਿੱਖ ਸਭ ਗੁਰ ਮਹਿਮਾ ਭਾਰੀ। ਪੇਖ ਕਰਕੇ ਸਾਰੇ ਸਿੱਖ ਗੁਰੂ ਸਾਹਿਬ ਦੀ ਇਹ ਵੱਡੀ ਮਹਿਮਾ ਨੂੰ ਕਹੈ ਧੰਨ ਗੁਰ ਪੱਗ ਬਲਿਹਾਰੀ। ਕਹਿਣ ਲੱਗੇ ਵੀ ਗੁਰੂ ਸਾਹਿਬ ਧੰਨ ਨੇ, ਸਤਿਗੁਰੂ ਦੇ ਚਰਨਾਂ ਤੋਂ ਬਲਿਹਾਰ ਜਾਂਦੇ ਹਨ। ਕਹਿਓ ਗੁਰੂ ਤਵ ਕਰ ਧੁਲਵਾਏ। ਫਿਰ ਮਹਾਰਾਜ ਨੇ ਕਿਹਾ ਤੇ ਆਪਣੇ ਭਾਈ ਹੱਥ ਧੁਆਏ ਹਨ। ਪ੍ਰੇਮ ਸਹਿਤ ਪ੍ਰਸਾਦ ਅਚਾਏ। ਪ੍ਰੇਮ ਦੇ ਨਾਲ ਮਹਾਰਾਜ ਨੇ ਪ੍ਰਸ਼ਾਦਾ ਛਕਿਆ ਹੈ। ਮੂਸਨ ਸ਼ਬਦ ਪ੍ਰੇਮ ਸੋ ਗਾਵੇ। ਕਿਉਂ ਜਿਹੜਾ ਮੂਸਣ ਹੈ ਉਹ ਗੁਰਬਾਣੀ ਦੇ ਸ਼ਬਦਾਂ ਨੂੰ ਪ੍ਰੇਮ ਨਾਲ ਗਾਉਂਦਾ ਹੈ। ਜਾ ਮਹਿ ਨਿਜ ਸੁਤ ਕੋ ਸਮਝਾਵੇ। ਜਿਹਦੇ ਵਿੱਚ ਆਪਣੇ ਪੁੱਤਰ ਨੂੰ ਸਮਝਾਉਂਦਾ ਹੈ। ਜਮਾਲ ਪਤੰਗ ਸੰਮਨ ਸਭ ਬੋਲੇ। ਫਿਰ ਜਮਾਲ ਪਤੰਗ ਸੰਮਨ ਸਾਰੇ ਕਹਿਣ ਲੱਗੇ। ਚਾਰੋਂ ਕੇ ਭੇ ਰੁਦਰ ਚੌਬੋਲੇ। ਜਿਹੜੇ ਚਾਰਾਂ ਦੇ ਸਾਨੇ ਭਾਈ ਰੁਦਰ। ਰੁਦਰ ਦਾ ਭਾਵ ਹੈ ਜਿਵੇਂ ਚਾਰ ਭਗਤ ਵਾਂਗੂ ਹੋ ਗਏ। ਇਹ ਫਿਰ 11 ਪੌੜੀਆਂ ਜਿਹੜੀਆਂ ਕਥਨ ਕੀਤੀਆਂ ਚੌ ਬੋਲੇ ਹਨ। ਇੱਕ ਸਿੱਖ ਤੇ ਗੁਰ ਸੋ ਲਿਖਵਾਹੇ।
ਇੱਕ ਸਿੱਖ ਤੋਂ ਸਤਿਗੁਰਾਂ ਨੇ ਨਾਲ ਲਿਖਵਾਏ ਹਨ। ਰਾਖੇ ਨਿਕਟ ਪ੍ਰੇਮ ਜਿਨ ਮਾਹੇ, ਜਿਨ੍ਹਾਂ ਦੇ ਵਿੱਚ ਭਾਈ ਵੱਡਾ ਪ੍ਰੇਮ ਹੈ। ਸੰਮਨ ਜੋ ਇਸ ਪ੍ਰੇਮ ਕੀ ਦਮ ਕਿਹੋਤੀ ਸਾਟ, ਰਾਵਣ ਹੁਤੇ ਸੋ ਰੰਕਨ ਜਿਨ ਸਿਰ ਦੀਨੇ ਕਾਟ। ਪੁੱਛਿਆ ਸੀ ਭਾਵੇਂ ਹੁਣੇ ਕਥਾਵਾਂ ਇਹ ਥੋੜਾ ਥੋੜਾ ਸਾਰੇ ਪੁਰਾਤਨ ਗ੍ਰੰਥਾਂ ਵਿੱਚ ਮਿਲ ਜਾਂਦਾ ਹੈ ਕਿ ਜਿਹੜੀ ਕਥਾ ਦਾ ਫਰਕ ਹੈ, ਪਰ ਮਹਾਰਾਜ ਨੇ ਜਿਹੜਾ ਉਪਦੇਸ਼ ਹੈ ਚੌਹਾਂ ਨੂੰ ਦਿੱਤਾ, ਕਹਿੰਦੇ ਏਡੀ ਕਿਰਪਾ ਕਿਵੇਂ ਕੀਤੀ। ਮਹਾਰਾਜ ਕਹਿੰਦੇ ਪ੍ਰੇਮ ਦੀ ਗੱਲ ਹੈ। ਕਹਿੰਦੇ ਇਹ ਤਾਂ ਗਰੀਬ ਬੰਦੇ ਸੀ ਵੀ, ਮਹਾਰਾਜ ਕਹਿੰਦੇ ਗਰੀਬੀ ਅਮੀਰੀ ਦੀ ਨਹੀਂ ਗੱਲ, ਪ੍ਰੇਮ ਦੀ ਹੈ। ਚਾਹੇ ਅਮੀਰ ਪ੍ਰੇਮ ਕਰ ਲੇ ਚਾਹੇ ਗਰੀਬ ਕਰ ਲਵੇ, ਪ੍ਰੇਮ ਨਾਲ ਕਿਰਪਾ ਹੁੰਦੀ ਹੈ। ਵੀ ਸੰਮਨ ਜੋ ਇਸ ਪ੍ਰੇਮ ਕੀ ਦਮ ਕਹੋਤੀ ਸਾਟ, ਜੇ ਇਹਦਾ ਕੋਈ ਮੁੱਲ ਹੁੰਦਾ ਦੁਨੀਆ ਤੇ ਪ੍ਰੇਮ ਦਾ। ਰਾਵਣ ਹੁਤੇ ਸੋ ਰੰਕਨ ਜਿਨ ਸਿਰ ਦੀਨੇ ਕਾਟ, ਤੇ ਰਾਵਣ ਕਿਹੜਾ ਕੋਈ ਗਰੀਬ ਸੀ, ਉਹਨੂੰ ਸਿਰ ਕੱਟ ਕੇ ਦੇਣ ਦੀ ਕੀ ਲੋੜ ਸੀ। ਉਹ ਮੁੱਲ ਦੇਣ ਦਾ ਪੈਸਾ ਧਨ ਉਹਦੇ ਕੋਲੇ ਤਾਂ ਲੰਕਾ ਸੋਨੇ ਦੀ ਸੀ। ਇਸ ਕਰਕੇ ਪ੍ਰੇਮ ਦਾ ਦੁਨੀਆ ਵਿੱਚ ਕੋਈ ਮੁੱਲ ਨਹੀਂ। ਤੋ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਰਾਖੇ ਨਿਕਟ ਪ੍ਰੇਮ ਜਿਨ ਮਾਹੇ, ਜਿਨ੍ਹਾਂ ਦੇ ਵਿੱਚ ਪ੍ਰੇਮ ਦੀ ਝਲਕ ਹੈ। ਛਕ ਪ੍ਰਸਾਦ ਚੁਰਾ ਤਬ ਕੀਨਾ, ਪ੍ਰਸਾਦ ਛਕਿਆ ਫਿਰ ਭਾਈ ਚੁਲਾ ਕੀਤਾ ਜੋ ਮਰਿਆਦਾ ਹੈ। ਪੁਨ ਅਰਦਾਸਾ ਸੋਧਨ ਕੀਨਾ, ਫਿਰ ਅਰਦਾਸਾ ਸੋਧਣਾ ਕੀਤਾ। ਜਿਵੇਂ ਹੁਣ ਆਪਾਂ ਅਰਦਾਸ ਕਰਨੀ ਪੁਰਾਣੇ ਸਮਿਆਂ ਵਿੱਚ, ਅੱਜ ਕੱਲ ਵੀ ਨਿਹੰਗ ਜਦੋਂ ਤੁਸੀਂ ਵੇਖੋ ਨਿਹੰਗ ਕਹਿਣਗੇ ਅਰਦਾਸਾ ਸੋਧੋ ਭਾਈ, ਪਹਿਲਾਂ ਭਾਵ ਅਰਦਾਸ ਬੇਨਤੀ ਕੀਤੀ ਹੈ। ਸੰਗਤ ਜੁਤ ਆਏ ਤਬ ਡੇਰੇ, ਫਿਰ ਭਾਈ ਸੰਗਤਾਂ ਸਮੇਤ ਆਪਣੇ ਡੇਰੇ ਸਥਾਨ ਤੇ ਆ ਗਏ। ਨਮੋ ਨਮੋ ਕਬ ਕੀ ਬਹੁ ਬੇਰੇ, ਤੇ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਭਾਈ ਸਾਡੀ ਤਾਂ ਬਹੁਤ ਬਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਨਮਸਕਾਰ ਹੈ, ਨਮਸਕਾਰ ਹੈ। ਸੋ ਫੁਨਹੇ ਲਿਖਵਾਏ ਜਬੈ, ਤੇ ਉਹ ਫਿਰ ਫੁਨਹੇ ਜਦੋਂ ਬਾਣੀ ਲਿਖਵਾਈ ਹੈ। ਲਿਖ ਦੀਨੇ ਚੌ ਬੋਲੇ ਤਬੈ, ਫਿਰ ਭਾਈ ਇਹ ਚੌ ਬੋਲੇ ਬਾਣੀ ਨਾਲ ਲਿਖ ਦਿੱਤੀ। ਭਗਤ ਕਬੀਰ ਫਰੀਦ ਸ਼ਲੋਕ, ਫਿਰ ਭਗਤ ਕਬੀਰ ਸਾਹਿਬ ਦੇ ਭਗਤ ਫਰੀਦ ਜੀ ਦੇ ਸ਼ਲੋਕ ਲਿਖਾਏ। ਲਿਖਵਾਏ ਸਤਿਗੁਰੂ ਅਸ਼ੋਕ, ਅਸ਼ੋਕ ਦਾ ਭਾਵ ਹੈ ਸ਼ੋਕ ਤੋਂ ਰਹਿਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਫਿਰ ਲਿਖਵਾਏ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਪੰਚਮ ਮਹੱਲੇ, ਇੱਥੇ ਤੱਕ ਭਾਈ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਜੋ 5ਵੇਂ ਮਹੱਲੇ ਦੀ ਕਥਾ ਹੈ। ਭਗਤ ਸੰਮਨ ਆਦਿ ਪ੍ਰਸੰਗ ਵਰਣਨ, ਇਹ ਸੰਮਨ ਮੂਸਣ ਦਾ ਪ੍ਰਸੰਗ ਕਿ ਚੌ ਬੋਲੇ ਕਿਵੇਂ ਲਿਖੇ ਹੈ ਉਹ ਪ੍ਰਸੰਗ ਵਰਣਨ ਕੀਤਾ। ਨਾਮ ਖਸ਼ਟ ਬਿੰਸਤ ਮੰਦਰ ਹੈ। ਇਹ ਭਾਈ 26ਵੇਂ ਘਰ ਦਾ ਪ੍ਰਸੰਗ ਹੈ। ਆਓ ਇੱਥੇ ਹੀ ਹੁਣ ਆਪਾਂ ਟਾਈਮ ਹੋ ਗਿਆ ਸਮਾਪਤੀ ਕਰੀਏ। ਕੱਲ੍ਹ ਅੱਗੇ ਹੋਰ ਪ੍ਰਸੰਗ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।